ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪਹਿਲਾ। ਵਾਰ ਸਲੋਕਾਂ ਨਾਲ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ। ਟੁੰਡੇ ਅਸ ਰਾਜੇ ਕੀ ਧੁਨੀ। ਸਲੋਕ ਮਹੱਲਾ ਪਹਿਲਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਮਹੱਲਾ ਦੂਜਾ। ਜੇ 100 ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ। ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਵਾਰ ਜੋ ਰਾਗ ਆਸਾ ਦੇ ਵਿੱਚ ਉਚਾਰਨ ਕੀਤੀ ਹੈ, ਇਸ ਵਾਰ ਦੀ ਆਪਾਂ ਵਿਚਾਰ ਤੁਹਾਡੇ ਨਾਲ ਸਾਂਝੀ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ। ਜਿਵੇਂ ਕਿ ਆਪਾਂ ਪੌੜੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਅੱਜ ਆਪਾਂ ਆਰੰਭ ਦੇ ਵਿੱਚ ਜਿਹੜੇ ਸ਼ਲੋਕ ਆਏ ਨੇ ਉਹਨਾਂ ਸ਼ਲੋਕਾਂ ਦਾ ਪਾਠ ਤੁਹਾਡੇ ਨਾਲ ਸਾਂਝਾ ਕੀਤਾ ਹੈ। ਪਹਿਲੀ ਪੌੜੀ ਦੇ ਨਾਲ 3 ਸ਼ਲੋਕ ਆਏ ਨੇ। ਉਹਨਾਂ 3 ਸ਼ਲੋਕਾਂ ਵਿੱਚੋਂ 2 ਸ਼ਲੋਕ ਅੱਜ ਆਪਾਂ ਤੁਹਾਡੇ ਨਾਲ ਵਿਚਾਰਨੇ ਨੇ, ਜਿਨ੍ਹਾਂ ਦਾ ਆਪਾਂ ਪਾਠ ਹੁਣੇ ਬੜੇ ਪਿਆਰ ਨਾਲ ਸਰਵਣ ਕੀਤਾ ਹੈ। ਆਸਾ ਰਾਗ ਦੇ ਵਿੱਚ ਉਚਾਰਨ ਕੀਤੀ ਇਹ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 462 ਨੰਬਰ ਅੰਕ ਤੋਂ ਆਰੰਭ ਹੁੰਦੀ ਹੈ ਅਤੇ ਇਸ ਵਾਰ ਨੂੰ ਆਪਾਂ ਬੜੇ ਪਿਆਰ ਨਾਲ ਸੁਰਤ ਟਿਕਾ ਕੇ ਸਮਝਣ ਅਤੇ ਵਿਚਾਰਨ ਦਾ ਯਤਨ ਕਰਨਾ ਹੈ, ਕਿਉਂਕਿ ਇਹ ਵਾਰ ਲਗਭਗ ਕੁਝ ਟਾਵੇਂ ਗੁਰਦੁਆਰਿਆਂ ਨੂੰ ਛੱਡ ਕੇ ਬਹੁਤੇ ਗੁਰਦੁਆਰਿਆਂ ਵਿੱਚ ਇਹਦਾ ਕੀਰਤਨ ਵੀ ਸਵੇਰੇ ਹੁੰਦਾ ਹੈ। ਤੋ ਕੀਰਤਨ ਹੋਣ ਕਰਕੇ ਸਾਨੂੰ ਇਹ ਵਾਰ ਮੂੰਹ ਜ਼ਬਾਨੀ ਯਾਦ ਵੀ ਹੈ, ਕਿਉਂਕਿ ਕੰਨਾਂ ਵਿੱਚ ਪੈਣ ਕਰਕੇ ਵਾਰ ਦੀਆਂ ਤੁਕਾਂ, ਪੌੜੀਆਂ, ਸ਼ਲੋਕ ਸਾਡੀ ਸੁਰਤ ਵਿੱਚ ਕਿਤੇ ਨਾ ਕਿਤੇ ਬੈਠੀਆਂ ਨੇ। ਅਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਬਾਣੀਆਂ ਦੀ ਵਿਚਾਰ ਪਹਿਲਾਂ ਕਰੀਏ ਜਿਹੜੀਆਂ ਬਾਣੀਆਂ ਅਸੀਂ ਗਾਹੇ ਬਗਾਹੇ ਸੁਣਦੇ ਵੀ ਰਹਿੰਦੇ ਹਾਂ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ ਵੱਡਾ ਸਾਗਰ ਹੈ। ਅਜੇ ਬਹੁਤ ਬਾਣੀਆਂ ਐਸੀਆਂ ਨੇ ਜਿਨ੍ਹਾਂ ਨੂੰ ਸੁਣਨ ਦੀ ਤਾਂ ਬਹੁਤ ਦੂਰ ਦੀ ਗੱਲ ਹੈ, ਅਜੇ ਉਹਨਾਂ ਬਾਣੀਆਂ ਦਾ ਨਾਮ ਹੀ ਨਹੀਂ ਪਤਾ ਕਈਆਂ ਨੂੰ। ਜਿਵੇਂ ਚੌ ਬੋਲੇ ਆ, ਫੁਨਹ ਆ, ਗਾਥਾ, ਗੁਰੂ ਗ੍ਰੰਥ ਸਾਹਿਬ ਦੇ ਜਿਹੜੀਆਂ ਵਾਰਾਂ ਨੇ ਉਹਨਾਂ ਵਿੱਚੋਂ ਕਈਆਂ ਵਾਰਾਂ ਦੇ ਅਜੇ ਤੱਕ ਦਰਸ਼ਨ ਵੀ ਨਹੀਂ ਕੀਤੇ, ਕਿਉਂਕਿ ਬਾਹਰੀ ਤੌਰ 'ਤੇ ਨਮਸਕਾਰਾਂ ਕਰਨ ਤੱਕ ਹੀ ਅਸੀਂ ਸੀਮਿਤ ਰਹਿ ਗਏ। ਤੋ ਖੈਰ, ਅੱਜ ਆਪਾਂ ਬੜੇ ਪਿਆਰ ਨਾਲ ਆਰੰਭ ਦੇ ਵਿੱਚ 2 ਸ਼ਲੋਕਾਂ ਦਾ ਪਾਠ ਤੁਹਾਡੇ ਨਾਲ ਸਾਂਝਾ ਕੀਤਾ ਹੈ। ਪਹਿਲਾਂ ਆਪਾਂ ਪੌੜੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ। ਪੌੜੀਆਂ ਦੀ ਦੇਖ ਰੇਖ ਦੇ ਵਿੱਚ, ਪੌੜੀ ਦੀ ਰੌਸ਼ਨੀ ਵਿੱਚ ਹੀ ਆਪਾਂ ਸ਼ਲੋਕਾਂ ਦੀ ਵਿਚਾਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਕਰਨੀ। ਸਭ ਤੋਂ ਪਹਿਲਾਂ ਆਪਾਂ ਆਰੰਭ ਵਿੱਚ ਵੇਖਿਆ ਕਿ ਮੂਲ ਮੰਤਰ ਆਇਆ ਮੰਗਲਾਚਰਨ। ਜਿਵੇਂ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਵਿਚਾਰ ਸਾਂਝੇ ਕੀਤੇ ਸੀ ਕਿ 567 ਵਾਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਓੰਕਾਰ ਜਿਹੜਾ ਵਾ ਉਹ ਲਿਖਿਆ ਗਿਆ ਵਾ। ਅਤੇ ਜਿਹੜਾ ਸਰੂਪ ਆਪਾਂ ਹੁਣ ਪੜ੍ਹਿਆ ਹੈ, ਜਪ ਬਾਣੀ ਦੇ ਆਰੰਭ ਵਿੱਚ ਵੀ ਸੇਮ ਮੰਗਲਾਚਰਨ ਦਾ ਇਹੋ ਸਰੂਪ ਸੀ। ਇਹ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 33 ਵਾਰ ਆਇਆ ਸੰਪੂਰਨ ਤੌਰ 'ਤੇ। ਇੱਕ ਓੰਕਾਰ ਪਰਮੇਸ਼ਰ ਇੱਕ ਹੈ, ਓੰਕਾਰ ਉਹ ਸਰਬ ਵਿਆਪਕ ਹੈ। ਸਤ ਸੰਦੀਪ ਹੋਂਦ ਵਾਲਾ ਹੈ ਨਾਮ, ਉਹਦਾ ਨਾਮ ਸਦੀਵ ਸਦਾ ਟਿਕਿਆ ਹੋਇਆ ਹੈ ਅਤੇ ਅਸੀਂ ਉਸ ਹੋਂਦ ਵਾਲੇ ਮਾਲਕ ਨਾਲ ਆਪਣੀ ਸਾਂਝ ਬਣਾ ਕੇ ਰੱਖਣੀ ਹੈ। ਇੱਕ ਓੰਕਾਰ ਸਤ ਨਾਮ ਕਰਤਾ, ਸਭ ਕੁਝ ਬਣਾਉਣ ਵਾਲਾ ਹੈ, ਪੁਰਖ ਬਣਾ ਕੇ ਉਹ ਆਪ ਵਿੱਚ ਸਮਾਇਆ ਹੋਇਆ ਹੈ। ਕਰਤਾ ਪੁਰਖ ਨਿਰਭਉ, ਉਹਨੂੰ ਕਿਸੇ ਦਾ ਡਰ ਨਹੀਂ, ਭਾਵ ਉਹ ਡਰ ਤੋਂ ਰਹਿਤ ਹੈ। ਨਿਰਵੈਰ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ। ਨਿਰਭਉ ਨਿਰਵੈਰ। ਅਕਾਲ ਮੂਰਤ, ਉਹਦੀ ਜਿਹੜੀ ਸ਼ਕਲ ਹੈ, ਭਾਵ ਉਹਦਾ ਜਿਹੜਾ ਸਰੂਪ ਵਾ ਉਹ ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ, ਕਿਉਂਕਿ ਜਦੋਂ ਹੈ ਨਿਰਾਕਾਰ ਹੈ ਉਹਦੇ 'ਤੇ ਕੋਈ ਵੀ ਸਮੇਂ ਦਾ ਪ੍ਰਭਾਵ ਨਹੀਂ ਹੈ। ਅਸੀਂ ਸਾਰੇ ਸਮੇਂ ਦੇ ਪ੍ਰਭਾਵ ਵਿੱਚ ਜ਼ਿੰਦਗੀ ਜਿਉਣ ਵਾਲੇ ਵਿਅਕਤੀ। ਅਕਾਲ ਮੂਰਤ ਅਜੂਨੀ, ਉਹ ਜੂਨਾਂ ਤੋਂ ਰਹਿਤ ਹੈ ਵੀ ਹੋਸੀ ਜਾਇ ਨਾ ਜਾਸੀ। ਸਹਿਬੰਗ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ। ਅਤੇ ਗੁਰ ਪ੍ਰਸਾਦ, ਐਸਾ ਪਰਮੇਸ਼ਰ ਉਹ ਗੁਰੂ ਪਰਮੇਸ਼ਰ ਦੀ ਕਿਰਪਾ ਦੁਆਰਾ, ਉਹਦੀ ਸਿੱਖਿਆ ਦੁਆਰਾ ਸਮਝ ਕੇ ਹੀ
ਅਸੀਂ ਆਪਣੀ ਜ਼ਿੰਦਗੀ ਵਿੱਚ ਜਾਣ ਸਕਦੇ ਹਾਂ। ਤੇ ਆਰੰਭ ਵਿੱਚ ਆਇਆ ਹੈ ਆਸਾ, ਰਾਗ ਦਾ ਨਾਮ ਹੈ ਆਸਾ ਮਹਲਾ ਪਹਿਲਾ, ਪਹਿਲੇ ਸਰੀਰ ਦੁਆਰਾ ਉਚਾਰਨ ਕੀਤੀ ਹੋਈ ਇਹ ਬਾਣੀ ਹੈ। ਫਿਰ ਆਪਾਂ ਇਹਦਾ ਸਿਰਲੇਖ ਪੜ੍ਹਿਆ, ਵਾਰ ਸਲੋਕਾਂ ਨਾਲ। ਇਹ ਜਿਹੜੀ ਵਾਰ ਹੈ ਸਲੋਕਾਂ ਦੇ ਨਾਲ ਹੈ, ਭਾਵ ਜਿਵੇਂ ਆਪਾਂ ਬਸੰਤ ਕੀ ਵਾਰ ਦਾ ਜਦੋਂ ਤੁਹਾਡੇ ਨਾਲ ਵਿਚਾਰ ਸਾਂਝੀ ਕੀਤੀ ਸੀ, ਉਹਦੇ ਵਿੱਚ ਇਕੱਲੀਆਂ 3 ਪੌੜੀਆਂ ਸਨ, ਉਹਦੇ ਨਾਲ ਸਲੋਕ ਨਹੀਂ ਸੀ। ਇੱਦਾਂ ਹੀ ਭਾਈ ਸੱਤਾ ਅਤੇ ਬਲਵੰਡ ਜੀ ਦੀ ਜਿਹੜੀ ਵਾਰ ਹੈ ਉਹਦੇ ਵਿੱਚ ਵੀ ਇਕੱਲੀਆਂ ਪੌੜੀਆਂ ਨੇ, ਪਰ ਇੱਥੇ ਨਾਲ ਵੇਖੋ ਤੁਸੀਂ ਸਿਰਲੇਖ ਦਿੱਤਾ ਹੈ ਵਾਰ ਸਲੋਕਾਂ ਨਾਲ, ਯਾਨੀ ਕਿ ਵਾਰ ਮੀਨਿੰਗ ਪੌੜੀਆਂ, ਪੌੜੀਆਂ ਸਲੋਕਾਂ ਨਾਲ ਨੇ। ਕਹਿੰਦੇ ਸਲੋਕ ਵੀ ਮਹਿਲੇ ਪਹਿਲੇ ਕੇ ਲਿਖੇ, ਅੱਗੇ ਕਹਿਤਾ ਟੁੰਡੇ ਅਸ ਰਾਜੇ ਕੀ ਧੁਨੀ, ਭਾਵ ਇਹਦੇ ਵਿੱਚ ਸਲੋਕ ਵੀ ਮਹਿਲੇ ਪਹਿਲੇ ਕੇ, ਭਾਵ ਜੇ ਵਾਰ ਗੁਰੂ ਨਾਨਕ ਸਾਹਿਬ ਜੀ ਦੀ ਹੈ, ਜਿੱਥੇ ਗੁਰੂ ਅੰਗਦ ਸਾਹਿਬ ਜੀ ਦੇ ਸਲੋਕ ਹਨ ਉੱਥੇ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਲੋਕ ਵੀ ਨਾਲ ਅੰਕਿਤ ਕੀਤੇ ਹੋਏ ਹਨ। ਤੋਂ ਪਾਤਸ਼ਾਹ ਅੱਗੇ ਕਹਿੰਦੇ ਨੇ ਟੁੰਡੇ ਅਸ ਰਾਜੇ ਕੀ ਧੁਨੀ। ਆਪਾਂ ਭੂਮਿਕਾ ਵਿੱਚ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਚੁੱਕੇ ਹਾਂ ਕਿ ਰਾਜਾ ਸਾਰੰਗ ਉਹਦਾ ਬੇਟਾ ਅਸ, ਕਿੱਦਾਂ ਉਹ ਕਿਰਦਾਰ ਦਾ ਉੱਚਾ ਸੀ, ਕਰੈਕਟਰ ਦਾ ਉੱਚਾ ਸੀ। ਅਤੇ ਆਪਾਂ ਭੂਮਿਕਾ ਵਿੱਚ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਜਿਨ੍ਹਾਂ ਨੇ ਅਜੇ ਤੱਕ ਨਹੀਂ ਸੁਣੀ, ਤੁਸੀਂ ਉਸ ਭੂਮਿਕਾ ਵਾਲੀ ਜਿਹੜੀ ਵੀਡੀਓ ਨੂੰ ਧਿਆਨ ਨਾਲ ਸੁਣ ਲਓ, ਤੁਹਾਨੂੰ ਸਮਝ ਆ ਜਾਏਗੀ। ਕਿਉਂਕਿ ਆਪਾਂ ਇੱਥੇ ਹੁਣ ਉਹ ਗੱਲ ਨੂੰ ਦੁਬਾਰਾ ਦੁਹਰਾਉਣਾ ਨਹੀਂ ਚਾਹੁੰਦੇ, ਕਿਉਂਕਿ ਅੱਜ ਆਪਾਂ ਸਲੋਕਾਂ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਉੱਥੇ ਆਪਾਂ ਜਿਹੜੀ ਵਿਚਾਰ ਸਾਂਝੀ ਕੀਤੀ ਕਿ ਕਿਵੇਂ ਰਾਜੇ ਸਾਰੰਗ ਦਾ ਬੇਟਾ ਅਸ ਉਹ ਕਿਰਦਾਰ ਦਾ ਉੱਚਾ ਸੀ, ਅਤੇ ਉਸ ਵਕਤ ਦੇ ਢਾਡੀਆਂ ਨੇ ਉਹਦੇ ਕਰੈਕਟਰ ਕਿਰਦਾਰ ਨੂੰ ਮੁੱਖ ਰੱਖ ਕੇ ਜਦੋਂ ਵਾਰਾਂ ਗਾਈਆਂ, ਅਤੇ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਇਸ ਵਾਰ ਨੂੰ ਅੰਕਿਤ ਕੀਤਾ, ਸਲੋਕਾਂ ਪੌੜੀਆਂ ਦੇ ਨਾਲ ਲਿਖਿਆ, ਇਹਦੇ ਉੱਤੇ ਧੁਨ ਜਿਹੜੀ ਹੈ ਉਹ ਅਸ ਰਾਜੇ ਦੀ ਧੁਨੀ ਦੇ ਉੱਪਰ ਇਸ ਵਾਰ ਨੂੰ ਗਾਉਣ ਦੀ ਹਦਾਇਤ ਹੈ। 22 ਵਾਰਾਂ ਵਿੱਚੋਂ 9 ਵਾਰਾਂ ਦੇ ਉੱਪਰ ਧੁਨੀਆਂ ਲਿਖੀਆਂ ਨੇ ਗੁਰੂ ਅਰਜਨ ਸਾਹਿਬ ਜੀ ਵੱਲੋਂ, ਕਿ ਉਹ ਹਮੇਸ਼ਾ ਹੀ ਕਿਸੇ ਦੇ ਕਿਸੇ ਕਿਰਦਾਰ ਨੂੰ ਉੱਚਾ ਚੁੱਕਣ ਦੀ ਗੱਲ ਹੈ ਕਿ ਅਸੀਂ ਬਾਣੀ ਪੜ੍ਹਨ ਵਾਲੇ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਗੁਣ ਅਤੇ ਕੁਆਲਿਟੀ ਲਿਆ ਸਕੀਏ। ਤੋ ਖੈਰ, ਫਿਰ ਇਸ ਤੋਂ ਬਾਅਦ ਆਪਾਂ ਸ਼ਲੋਕ ਦਾ ਪਾਠ ਆਰੰਭ ਕਰਦੇ ਹਾਂ। ਸ਼ਲੋਕ ਮਹਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਲੋਕ ਹੈ। ਬਲਿਹਾਰੀ ਗੁਰੇ ਆਪਣੇ, ਮੈਂ ਕੁਰਬਾਨ ਜਾਨਾ ਆਪਣੇ ਗੁਰੂ ਤੋਂ, ਗੁਰੂ ਪਰਮੇਸ਼ਰ ਤੋਂ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਾਧਵਾਰ। ਇੱਥੇ ਧਿਆਨ ਰੱਖਣਾ, ਇਹ ਪੌੜੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਹੈ ਅਤੇ ਇਹ ਪਹਿਲਾ ਸ਼ਲੋਕ ਵੀ ਗੁਰੂ ਨਾਨਕ ਸਾਹਿਬ ਜੀ ਦਾ ਹੈ। ਅਤੇ ਆਮ ਸਾਡੇ ਸਮਾਜ ਵਿੱਚ ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ ਸੀ। ਫਿਰ ਗੁਰੂ ਨਾਨਕ ਸਾਹਿਬ ਦਾ ਗੁਰੂ ਅਕਾਲ ਪੁਰਖ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਸ਼ਬਦ ਗੁਰੂ, ਜਦੋਂ ਗੁਰੂ ਸਾਹਿਬ ਜੀ ਪੇਸ਼ ਕਰਦੇ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨੰ। ਆਮ ਕਰਕੇ ਕਿਤੇ ਨਾ ਕਿਤੇ ਸਾਡੇ ਜਿਹੜੇ ਵਹਿਮੀ ਲੋਕ ਨੇ ਉਹ ਗੁਰੂ ਨਾਨਕ ਸਾਹਿਬ ਦਾ ਗੁਰੂ ਕਿਸੇ ਸਰੀਰ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਬੜੇ ਤਰੀਕੇ ਨਾਲ ਕੋਝੀ ਚਾਲ ਚੱਲ ਕੇ ਕਿਤੇ ਨਾ ਕਿਤੇ ਕਿਸੇ ਵਿਅਕਤੀ ਨਾਲ ਖੜਾ ਕਰਦੇ ਆ। ਪਾਤਸ਼ਾਹ ਜੀ ਨੇ ਬਾਣੀ ਵਿੱਚ ਬਾਰ-ਬਾਰ ਜਦੋਂ ਉਹਨੂੰ ਆਖਿਆ ਕਿ ਉਹ ਮਾਲਕ ਸਰਬ ਵਿਆਪਕ ਹੈ, ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾਵਾਂ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਜਾਂ ਜਦੋਂ ਬਾਣੀ ਵਿੱਚ ਕਹਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ, ਮੇਰਾ ਗੁਰੂ ਸ਼ਬਦ ਹੈ, ਗਿਆਨ ਹੈ, ਅਤੇ ਸੁਰਤ ਜਿਹੜੀ ਹੈ ਉਸਦਾ ਸੇਵਕ ਹੈ। ਤੋ ਪਰਮੇਸ਼ਰ ਨੂੰ ਵੀ ਸ਼ਬਦਾਂ ਦੁਆਰਾ ਹੀ ਬਿਆਨ ਕੀਤਾ ਗਿਆ ਹੈ ਕਿ ਉਹ ਸਰਬ ਵਿਆਪਕ, ਹਰ ਜਗ੍ਹਾ 'ਤੇ ਇੱਕ ਰਸ ਸਮਾਇਆ ਹੋਇਆ। ਕਰ ਆਸਣ ਡਿੱਠੋ ਚਾਓ, ਕਿ ਉਹ ਮਾਲਕ ਕੁਦਰਤ ਨੂੰ ਬਣਾ ਕੇ, ਕਿਉਂਕਿ ਰਹਾਉ ਦਾ ਬੰਦ ਆਪਾਂ ਨਾਲ ਜਿਹੜਾ ਵਿਚਾਰ 'ਤੇ ਜਾਣਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਉਹ ਕੁਦਰਤ ਨੂੰ ਬਣਾ ਕੇ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ ਅਤੇ ਉਹਦਾ ਅੰਤ ਨਹੀਂ ਪੈ ਸਕਦਾ। ਕਰ ਆਸਣ ਡਿੱਠੋ ਚਾਓ। ਆਪਾਂ ਪੌੜੀ ਵਿੱਚ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਵੀ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਏ ਕਰ ਆਸਣ ਡਿੱਠੋ ਚਾਓ। ਉਹ ਪਰਮੇਸ਼ਰ ਜਿਹੜਾ ਦਾਤਾ ਵੀ ਹੈ, ਕਰਤਾ ਵੀ ਹੈ, ਸਭ ਕੁਝ ਬਣਾਉਣ ਵਾਲਾ ਵੀ ਹੈ। ਦੇ ਲੈਸੇ ਜਿੰਦ ਕਵਾਓ, ਇਹ ਉਹਦੇ ਵਿੱਚ ਗੁਣ ਨੇ। ਐਸੇ ਪਰਮੇਸ਼ਰ ਦੀ ਸਮਝ ਜਿਸ ਗੁਰੂ ਤੋਂ ਮੈਨੂੰ ਮਿਲੀ ਹੈ, ਜਿਸ ਗੁਰੂ ਨੇ ਐਸੇ ਪਰਮੇਸ਼ਰ ਦੀ ਮੇਰੇ ਨਾਲ ਮੇਰੀ ਸਾਂਝ ਉਸ ਪਰਮੇਸ਼ਰ ਨਾਲ ਪਵਾਈ ਆ, ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਈ ਵਾਰ ਉਸ ਤੋਂ ਕੁਰਬਾਨ ਜਾਨਾ। ਬਲਿਹਾਰੀ ਗੁਰ ਆਪਣੇ, ਮੈਂ ਐਸੇ ਗੁਰੂ ਤੋਂ ਕੁਰਬਾਨ ਜਾਂਦਾ, ਬਲਿਹਾਰ ਜਾਨਾ। ਬਲਿਹਾਰੀ ਗੁਰ ਆਪਣੇ ਦਿਉਹਾੜੀ, ਇੱਕ ਦਿਨ ਵਿੱਚ 7 ਵਾਰ, ਸੈਂਕੜੇ ਵਾਰ, 100 ਵਾਰ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ। ਕਿਸ ਵਾਸਤੇ? ਕਿ ਉਹਨੇ ਮੇਰੀ ਮਨ ਵਿੱਚੋਂ ਉਹ ਬੋਝ ਲਾਹ ਦਿੱਤਾ ਜਿਹੜਾ ਬੋਝ ਮੈਂ ਦੇਵੀ ਦੇਵਤਿਆਂ ਦਾ, ਤਰ੍ਹਾਂ ਤਰ੍ਹਾਂ ਦੇ ਕਰਮਕਾਂਡਾਂ ਦਾ ਚੱਕੀ ਫਿਰਦਾ ਸੀ ਵੀ ਇੱਥੇ ਇਸ਼ਨਾਨ ਕੀਤਿਆਂ ਆਹ ਪੁੰਨ ਹੋਏਗਾ, ਆਹ ਮੂਰਤੀ ਦੀ ਪੂਜਾ ਕੀਤਿਆਂ ਮੈਨੂੰ ਆਹ ਫਾਇਦਾ ਹੋਏਗਾ। ਉਹ ਸਾਰਾ ਬੋਝ ਹਲਕਾ ਕਰ, ਆਹ ਲਾਉਂਦੀ ਹੈ ਬੋਝ ਗੁਰਬਾਣੀ। ਜਿਹੜਾ ਆਪਾਂ ਬੋਝ ਲਾਉਣ ਦੀ ਗੱਲ ਕਰਦੇ ਨਾ, ਬੋਝ ਆਹ ਲਾਉਂਦੀ ਹੈ। ਉਹ ਬੋਝ ਹੈ ਜਿਹੜੇ ਅੱਧੀ ਅੱਧੀ ਰਾਤ ਉੱਠ ਕੇ ਨਹਿਰਾਂ ਵਿੱਚ ਨਾਰੀਅਲ ਸੁੱਟਦੇ ਨੇ, ਚੌਂਕਾਂ ਵਿੱਚ ਜਾ ਕੇ ਟੂਣੇ ਕਰਦੇ ਨੇ, ਇਹ ਬੋਝ ਹੈ। ਉੱਧਰੋਂ ਸਰੀਰ ਨੂੰ ਨੀਂਦ ਆਈ ਹੁੰਦੀ ਹੈ ਅਤੇ ਪਰਿਵਾਰਾਂ ਦੇ ਪਰਿਵਾਰ ਉੱਠ ਕੇ ਅੱਧੀ ਅੱਧੀ ਰਾਤ ਜਾ ਕੇ ਟੂਣੇ
ਜਾਦੂ ਮੰਤਰ ਕਰਨ ਤੁਰ ਪੈਂਦੇ ਨੇ, ਬੋਝ ਕਰਕੇ ਤੁਰੇ ਫਿਰਦੇ ਨੇ ਵੀ ਸ਼ਾਇਦ ਇਹਦੇ ਨਾਲ ਸਾਡੇ ਘਰ ਦੀ ਸ਼ਾਂਤੀ ਬਰਕਰਾਰ ਰਹੇ, ਸਾਡੇ ਘਰ ਦੁੱਖ ਤਕਲੀਫ ਕੋਈ ਨਾ ਆਵੇ। ਸਤਿਗੁਰੂ ਦੇ ਉਪਦੇਸ਼ ਦੁਆਰਾ ਸਾਡੀ ਜ਼ਿੰਦਗੀ 'ਚੋਂ ਬੋਝ ਲੈ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਬਲਿਹਾਰੀ ਗੁਰੇ ਆਪਣੇ, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ। ਦਿਉਹਾੜੀ ਇੱਕ ਦਿਨ ਵਿੱਚ 7 ਵਾਰ 100 ਵਾਰ ਸੈਂਕੜੇ ਵਾਰ ਕਹਿ ਲਗੇ ਬਲਿਹਾਰੀ ਗੁਰੇ ਆਪਣੇ ਦਿਉਹਾੜੀ 7 ਵਾਰ ਜਿਨ ਮਾਨਸ ਤੇ ਦੇਵਤੇ ਕੀ, ਜਿਹਨੇ ਆਮ ਮਨੁੱਖਾਂ ਤੋਂ ਸਾਨੂੰ ਦੈਵੀ ਗੁਣਾਂ ਵਾਲੇ ਦੇਵਤੇ ਬਣਾਤਾ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਇਹ ਕੰਮ ਕਰਦਿਆਂ ਉਹਨੂੰ ਜ਼ਿਆਦਾ ਦੇਰ ਨਹੀਂ ਲੱਗੀ। ਹੁਣ ਦੇਵਤੇ ਵੀ ਤੁਸੀਂ ਵੇਖਿਆ ਹੋਵੇਗਾ, ਜਦੋਂ ਆਪਾਂ ਸਮਾਜ ਵਿੱਚ ਵੇਖਦੇ ਹਾਂ ਇੱਥੇ ਤਰ੍ਹਾਂ ਤਰ੍ਹਾਂ ਦੇ, ਇੱਥੇ 33 ਕਰੋੜ ਦੇਵੀ ਦੇਵਤੇ ਬਣਾ ਕੇ ਵੀ ਪੇਸ਼ ਕੀਤੇ ਗਏ। ਅਤੇ ਦੇਵਤੇ ਬਣਾਉਣ ਪਿੱਛੇ, ਦੇਵੀ ਦੇਵਤੇ ਬਣਾਉਣ ਪਿੱਛੇ ਵਿਪਰ ਦੀ ਇੱਕ ਆਪਣੀ ਚਾਲ ਸੀ। ਉਹਨੇ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀਓ ਦੇਹੀ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਉਹਦੇ ਗਾੜੀ ਬੰਦਿਆਂ ਦੀਆਂ, ਜਾਨਵਰਾਂ ਦੀਆਂ, ਜੀਵਾਂ ਦੀਆਂ ਵੀ ਬਲੀਆਂ ਦਿੱਤੀਆਂ ਜਾਂਦੀਆਂ। ਜਿਹਦੇ ਵਿੱਚ ਜਾਨ ਸੀ ਉਹਦੀ ਬਲੀ ਦਿੱਤੀ ਜਾਂਦੀ ਰਹੀ, ਅਤੇ ਪੱਥਰ ਨੂੰ ਭਗਵਾਨ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ। ਉਹਨੂੰ ਕਹਿਣਾ ਦੇਵਤਾ ਜੀ, ਦੇਵਤਾ ਬਲੀ ਮੰਗਦਾ ਹੈ, ਦੇਵਤਾ ਇੱਕ ਸਰੀਰ ਮੰਗਦਾ ਹੈ ਤਾਂ ਇੱਕ ਨਵੇਂ ਸਰੀਰ ਦਾ ਜਨਮ ਹੋਏਗਾ। ਇੱਦਾਂ ਦੇ ਵਹਿਮ ਵੀ ਸਮਾਜ ਦੇ ਵਿੱਚ ਪਾਏ ਜਾਂਦੇ ਰਹੇ ਅਤੇ ਅੱਜ ਵੀ ਹੈਗਾ ਨਾ, ਬੜਾ ਕੁਝ ਇੱਦਾਂ ਦਾ ਵਾਪਰਦਾ ਹੈ। ਤੋ ਜਦੋਂ ਬਾਣੀ 'ਚੋਂ ਆਪਾਂ ਵੇਖਦੇ ਹਾਂ ਮਾਟੀ ਕਰ ਦੇਵੀ ਦੇਵਾ, ਮਿੱਟੀ ਦੇ ਦੇਵੀ ਦੇਵਤੇ ਬਣਾਤਾ, ਜਾਂ ਇਹ ਇੱਦਾਂ ਦਾ ਵਹਿਮ ਸਾਡੇ ਸਮਾਜ ਵਿੱਚ ਬਣਾ ਕੇ ਪੇਸ਼ ਕੀਤਾ ਗਿਆ ਕਿ ਦੇਵੀ ਦੇਵਤੇ ਬਣਾ ਕੇ ਵਿਪਰ ਨੇ ਆਪਣੀ ਦੁਕਾਨ ਚੱਲਦੀ ਰੱਖੀ। ਉਹਨੇ ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਸਮਾਜ ਦੇ ਸਾਹਮਣੇ ਪੇਸ਼ ਕੀਤੇ। ਉਹਨੂੰ ਪਤਾ ਸੀ ਉੱਦਾਂ ਕਿਸੇ ਦੀ ਜੇਬ 'ਚੋਂ ਪੈਸੇ ਕਢਾਉਣੇ ਔਖੇ ਨੇ, ਇੱਦਾਂ ਮੈਂ ਕਹਾਂਗੇ ਭਗਵਾਨ ਇਹਨੂੰ ਮੱਥਾ ਟੇਕੋ, ਫਿਰ ਇਹ ਤੁਸੀਂ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਾਉਣੀਆਂ ਨੇ ਅਤੇ ਤੁਹਾਨੂੰ ਇਹਦੇ ਗਾੜੀ ਆਹ ਚੀਜ਼ਾਂ ਅਰਪਣ ਕਰਨੀਆਂ ਪੈਣਗੀਆਂ। ਬਹੁਤ ਕੁਝ ਵਿਪਰ ਦਾ ਆਪਣਾ ਦਿਲ ਕਰਦਾ ਸੀ ਕਰਨ ਨੂੰ, ਉਹਨੇ ਉਹ ਦੇਵੀ ਦੇਵਤਿਆਂ ਦੇ ਮੱਥੇ ਮੜ ਦਿੱਤਾ ਵੀ ਦੇਵੀ ਸ਼ਰਾਬ ਨਸ਼ਾ ਮੰਗਦੀ ਹੈ, ਫਲਾਣਾ ਦੇਵਤਾ ਫਲਾਣੇ ਚੀਜ਼ ਮੰਗਦਾ ਹੈ। ਉਹ ਡਾਇਰੈਕਟ ਨਹੀਂ ਸੀ ਕਹਿ ਸਕਦਾ, ਉਹ ਇਨਡਾਇਰੈਕਟ ਚਾਹੀਦਾ ਸਾਰਾ ਕੁਝ ਵਿਪਰ ਨੂੰ ਸੀ। ਅੱਜ ਵੀ ਇੱਦਾਂ ਹੀ ਹੋ ਰਿਹਾ। ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਬੱਕਰਿਆਂ ਦੀਆਂ ਬਲੀਆਂ ਦੇ ਰਹੇ ਨੇ, ਖਾਣਾ ਉਹਨਾਂ ਆਪ ਹੈ, ਬਹਾਨਾ ਗੁਰੂ ਗ੍ਰੰਥ ਸਾਹਿਬ ਦਾ ਅਤੇ ਸ਼ਸਤਰਾਂ ਨੂੰ ਜਿਹੜੇ ਆ ਤਿਲਕ ਲਾਏ ਜਾ ਰਹੇ ਨੇ, ਕਿਉਂਕਿ ਇਹ ਚੀਜ਼ਾਂ ਬੜੇ ਕੋਝੇ ਤਰੀਕੇ ਨਾਲ ਸਾਡੇ ਸਾਹਮਣੇ ਪੇਸ਼ ਕੀਤੀਆਂ ਗਈਆਂ। ਉਹ ਕਰਮਕਾਂਡ ਜਿਹੜੇ ਵਿਪਰ ਪਹਿਲਾਂ ਆਮ ਲੋਕਾਂ ਕੋਲੋਂ ਕਰਾਉਂਦਾ ਸੀ, ਉਹ ਕਰਮਕਾਂਡ ਅੱਜ ਸਿੱਖੀ ਬਾਣੇ ਵਿੱਚ ਸਿੱਖਾਂ ਦੇ ਕੋਲੋਂ ਕਰਵਾਏ ਜਾ ਰਹੇ ਨੇ। ਮੈਂ ਗੱਲ ਪਹਿਲਾਂ ਵੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਤੁਸੀਂ ਗੁਰਦੁਆਰੇ ਵਿੱਚ ਆਰਤੀਆਂ ਹੋ ਰਹੀਆਂ ਹੋਣ, ਸੰਖ ਪੂਰੇ ਜਾ ਰਹੇ ਹੋਣ, ਬਲੀਆਂ ਦਿੱਤੀਆਂ ਜਾ ਰਹੀਆਂ ਹੋਣ ਸਾਹਮਣੇ, ਅਤੇ ਤੁਸੀਂ ਉੱਥੇ ਬੈਠ ਜਾਓ, ਤੁਹਾਨੂੰ ਪੂਰੀ ਫੀਲਿੰਗ ਜਿਹੜੀ ਇੱਕ ਮੰਦਰ ਵਾਲੀ ਆਉਣੀ ਹੈ ਵੀ ਜਿਵੇਂ ਮੰਦਰ ਵਿੱਚ ਇੱਕ ਵੀ ਚੀਜ਼ ਤੁਹਾਨੂੰ ਵੱਖਰੀ ਨਹੀਂ ਲੱਗਣੀ ਕਿ ਜੇ ਮੰਦਰ ਦੇ ਵਿੱਚ ਨਾਰੀਅਲ ਚੜ੍ਹਦੇ ਆ, ਸਾਡੇ ਅਖੰਡ ਪਾਠ ਨਾਰੀਅਲ ਤੋਂ ਬਿਨਾਂ ਨਹੀਂ ਹੋ ਰਿਹਾ। ਇਹ ਬੋਝ ਸਾਡੇ ਸਤਿਗੁਰ ਨੇ ਸਾਡੇ ਮਨਾਂ ਤੋਂ ਲਾਹਤਾ, ਵਹਿਮ ਭਰਮਾਂ ਤੋਂ ਮੁਕਤ ਕੀਤਾ। ਪਰ ਕੌਣ ਜਾਣਦਾ ਸੀ ਜਿਸ ਦਲਦਲ 'ਚੋਂ ਸਾਨੂੰ ਗੁਰੂ ਸਾਹਿਬ ਬਾਹਰ ਕੱਢ ਕੇ ਲਿਆਏ ਨੇ, ਉਹ ਦਲਦਲ ਦੇ ਵਿੱਚ ਅੱਜ ਸਾਨੂੰ ਦੱਸਿਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਦਰਖਤਾਂ ਦੀ ਪੂਜਾ ਕੀਤੀ ਜਾ ਰਹੀ ਹੈ। ਤੁਸੀਂ ਵੇਖਿਆ ਵੀ ਉਹ ਦਰਖਤ ਆਮ ਹੋਵੇ, ਉਹਨੂੰ ਕੋਈ ਪੁੱਛਦਾ ਨਹੀਂ। ਉਹ ਦਰਖਤ ਗੁਰਦੁਆਰੇ ਦੀ 4 ਦੀਵਾਰੀ ਦੇ ਅੰਦਰ ਹੋਵੇ ਅਤੇ ਹੱਥ ਲਾ ਲਾ ਕੇ ਅਸੀਂ ਉਹ ਦਰਖਤ ਵੀ ਠੰਡਾ ਕਰ ਦਿੰਦੇ ਹਾਂ। ਟਾਹਲੀਆਂ ਪੂਜੀਆਂ ਜਾ ਰਹੀਆਂ ਨੇ, ਬੇਰੀਆਂ ਪੂਜੀਆਂ ਜਾ ਰਹੀਆਂ ਨੇ, ਨਿੰਮਾਂ ਪਿੱਪਲ ਪੂਜੇ ਜਾ ਰਹੇ ਨੇ। ਅੱਜ ਤਾਂ ਵਿਪਰ ਵੀ ਤਾੜੀ ਮਾਰ ਕੇ ਹੱਸਦਾ ਹੋਣਾ, ਬਾਪੂ ਮੈਨੂੰ ਤਾਂ ਸਮਝਾਉਣ ਤੁਰ ਪਿਆ, ਆਪਣੇ ਦੂਲੇ ਪੰਥ ਨੂੰ ਸਮਝਾ ਕੇ ਵੇਖ। ਮੈਨੂੰ ਤਾਂ ਕਹਿੰਦਾ ਸੀ ਰੁੱਖਾਂ ਦੀ ਪੂਜਾ ਨਹੀਂ ਕਰਨੀ, ਰੁੱਖਾਂ ਦੀ ਸੇਵਾ ਕਰਨੀ, ਇਹਨਾਂ ਨੂੰ ਪਾਣੀ ਪਾਓ, ਇਹਨਾਂ ਦੀ ਸੇਵਾ ਸੰਭਾਲ ਕਰੋ। ਅਤੇ ਮੈਂ ਕੁਝ ਹੱਦ ਤੱਕ ਤੁਹਾਡੀ ਗੱਲ ਮੰਨਣ ਤੁਰ ਪਿਆ, ਪਰ ਆਪਣੇ ਆ ਦਸਤਾਰਧਾਰੀ ਵਿਪਰਾਂ ਨੂੰ ਸਮਝਾ ਕੇ ਵੇਖ, ਅੱਜ ਤੇਰੇ ਦਰਬਾਰ ਦੇ ਵਿੱਚ, ਤੇਰੀਆਂ ਪ੍ਰਕਰਮਾਂ 'ਚ, ਤੇਰੇ ਸਾਹਮਣੇ ਅਗਲੇ ਰੁੱਖਾਂ ਦੀ ਪੂਜਾ ਕਰਦੇ ਪਏ ਨੇ। ਕੌਣ ਸਮਝਾਏਗਾ? ਸਤਿਗੁਰੂ ਜੀ ਇੱਥੇ ਬਖਸ਼ਿਸ਼ ਭਰਿਆ ਬਚਨ ਕਰਦੇ ਨੇ, ਜਿਨ ਮਾਨਸ ਤੇ ਦੇਵਤੇ ਕੀਏ, ਜਿਹਨੇ ਸਾਨੂੰ ਆਮ ਮਨੁੱਖਾਂ ਤੋਂ ਦੇਵਤੇ ਬਣਾਤਾ। ਫਰਕ ਇਹਨਾਂ, ਇੱਕ ਦੇਵੀ ਦੇਵਤੇ ਪੱਥਰ ਦੇ, ਲੱਕੜ ਦੇ, ਪੇਪਰ ਦੇ ਬਣਾ ਕੇ ਸਾਹਮਣੇ ਲੋਕਾਂ ਦੇ ਪੇਸ਼ ਕੀਤੇ ਜਾਂਦੇ, ਮਿੱਟੀ ਦੇ ਬੁੱਤ ਵੀ ਬਣਾ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤੇ ਜਾਂਦੇ ਆ। ਪਰ ਪਾਤਸ਼ਾਹ ਦੀ ਬਾਣੀ ਕਹਿੰਦੀ ਇੱਕ ਉਹ ਦੇਵਤੇ ਆ ਜਿਹੜੇ ਗੁਰੂ ਨੇ ਬਣਾਏ ਨੇ। ਉਹ ਕਿਹੜੇ ਦੇਵਤੇ ਸੁਣਿਓ? ਉਹ ਆ ਦੈਵੀ ਗੁਣਾਂ ਵਾਲੇ ਦੇਵਤੇ। ਜਦੋਂ ਕੋਈ ਬੰਦਾ ਕਿਸੇ ਦੇ ਕੰਮ ਆਉਂਦਾ ਹੈ, ਚੰਗੇ ਕੰਮ ਕਰਦਾ ਹੈ, ਉਸ ਪਰਿਵਾਰ ਨੂੰ ਪੁੱਛ ਕੇ ਵੇਖੋ, ਕਹਿੰਦਾ ਭਾਈ ਮੈਂ ਦੇਵਤਾ ਨਹੀਂ ਸੀ ਵੇਖਿਆ, ਮੈਂ ਨਹੀਂ ਕਦੀ ਕਿਸੇ ਮੰਦਰ ਗਿਆ, ਪਰ ਮੇਰੇ ਵਾਸਤੇ ਅੱਜ ਬੰਦਾ ਹੀ ਦੇਵਤਾ ਬਣ ਗਿਆ। ਤੁਸੀਂ ਮੇਰੇ ਵਾਸਤੇ ਦੇਵਤੇ ਭਗਵਾਨ ਬਣ ਕੇ ਬੌੜੇ ਜੀ, ਮੇਰੇ ਵਾਸਤੇ ਰੱਬ ਬਣ ਕੇ ਬੌੜੇ ਜੀ, ਬੰਦਾ ਹੀ ਦੇਵਤਾ। ਉਹਨਾਂ ਮਾਵਾਂ ਨੂੰ ਪੁੱਛ ਕੇ ਵੇਖੋ, ਜਦੋਂ ਇੱਥੇ ਬਾਹਰੋਂ ਆਇਆ ਹਮਲਾਵਰ ਇੱਥੋਂ ਦੀਆਂ ਧੀਆਂ ਭੈਣਾਂ ਨੂੰ ਜਬਰੀ ਚੁੱਕ ਕੇ ਆਪਣੇ ਦੇਸ਼ ਲੈ ਜਾਂਦਾ ਸੀ, ਅਤੇ ਗੁਰੂ ਕੇ ਸਿੱਖ ਬਿਆਸ ਦਰਿਆ ਨਹੀਂ ਸੀ ਪਾਰ ਕਰ ਦਿੰਦੇ।
ਉਹਨਾਂ ਦੇ ਕੋਲੋਂ ਧੀਆਂ ਭੈਣਾਂ ਛਡਾ ਕੇ, ਜਿਹੜਾ 12 ਵੱਜਣ ਵਾਲਾ ਕਿ ਸਿੱਖਾਂ ਦੇ ਰਾਤ ਨੂੰ 12 ਵੱਜ ਗਏ ਆ, ਇੱਕ ਦੀ ਹਿਸਟਰੀ ਪੜ੍ਹ ਕੇ ਵੇਖਣੀ, ਜਦੋਂ ਸਿੱਖ ਉਹਨਾਂ ਦੇ ਕੋਲੋਂ ਧੀਆਂ ਭੈਣਾਂ ਛਡਾ ਕੇ ਘਰੋਂ ਘਰੀ ਪਹੁੰਚਾਉਂਦੇ ਸਨ। ਅਤੇ ਉਸ ਵਕਤ ਜਿਨ੍ਹਾਂ ਪਰਿਵਾਰਾਂ ਦੀਆਂ ਧੀਆਂ ਵਾਪਸ ਆ ਜਾਂਦੀਆਂ ਸੀ, ਉਹ ਕੀ ਕਹਿੰਦੀਆਂ ਸਨ ਕਿ ਤੁਹਾਡੇ ਵਰਗੇ ਦੇਵਤੇ ਹਰ ਮਾਂ ਦੀ ਕੁੱਖ ਤੋਂ ਜਨਮ ਲੈਣ। ਜਦੋਂ ਭਾਈ ਤਾਰੂ ਸਿੰਘ ਦੀ ਪ੍ਰੇਰਨਾ ਨਾਲ ਇੱਕ ਮੁਸਲਮਾਨ ਮਾਛੀ ਦੀ ਧੀ ਵਾਪਸ ਛਡਾ ਕੇ ਸਿੱਖ ਉਹਦੇ ਘਰ ਪਹੁੰਚਾਉਂਦੇ ਨੇ, ਉਹਨੂੰ ਪੁੱਛ ਕੇ ਵੇਖੋ ਤੁਸੀਂ, ਰਾਜ ਵੀ ਉਸ ਵਕਤ ਇਸਲਾਮ ਦਾ ਹੈ ਅਤੇ ਧੀ ਵੀ ਇੱਕ ਮੁਸਲਮਾਨ ਦੀ ਚੱਕੀ ਗਈ ਹੈ। ਛਡਾਉਂਦੇ ਗੁਰੂ ਦੇ ਸਿੱਖ ਨੇ, ਪੁੱਛ ਕੇ ਉਹਨਾਂ ਨੂੰ ਵੇਖੋ ਤੁਸੀਂ, ਉਹ ਕੀ ਕਹਿੰਦੇ ਹੋਣਗੇ ਵੀ ਭਾਈ ਤਾਰੂ ਸਿਆਂ ਤੁਹਾਡੇ ਵਰਗੇ ਦੇਵਤੇ ਹਰ ਮਾਂ ਦੀ ਕੁੱਖ ਤੋਂ ਜਨਮ ਲੈਣ। ਭਾਈ ਤਾਰੂ ਸਿੰਘ ਵਰਗੇ ਗੁਰੂ ਕੇ ਸਿੱਖਾਂ ਦੇ ਕਿਸੇ ਮੰਦਿਰ 'ਚ ਬੁੱਤ ਨਹੀਂ ਸੀ ਲੱਗੇ। ਇਹ ਤੁਰਦੇ ਫਿਰਦੇ ਇਹ ਉਹ ਦੇਵਤੇ ਸੀ ਜਿਹੜੇ ਹਲ ਵੀ ਵਾਹੁੰਦੇ ਸੀ, ਕਿਰਤਕਾਰ ਵੀ ਕਰਦੇ ਸੀ, ਆਪਣੇ ਕੰਮ ਧੰਦੇ ਵੀ ਕਰਦੇ ਸੀ, ਪਰ ਉਹ ਆਪਣੀ ਪੂਜਾ ਨਹੀਂ ਸੀ ਕਰਾਉਂਦੇ। ਇਹ ਦੇਵਤੇ ਸਤਿਗੁਰ ਦੀ ਬਾਣੀ ਨੇ ਬਣਾਏ ਨੇ। ਬਲਿਹਾਰੀ ਗੁਰਿਆਪਣੈ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲੱਗ। ਇਸ ਕੰਮ ਨੂੰ ਕਰਦਿਆਂ ਜ਼ਿਆਦਾ ਦੇਰ ਥੋੜ੍ਹਾ ਲੱਗੀ। ਕੱਚੋਂ ਕੰਚਨ ਭਇਓ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ। ਕੱਚ ਤੋਂ ਕੰਚਨ ਬਣਾਤਾ ਗੁਰੂ ਦੇ ਸ਼ਬਦ ਨੇ। ਕੱਚੋਂ ਕੰਚਨ ਭਇਓ ਸ਼ਬਦ ਗੁਰ ਸਰਵਣੇ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਜ਼ਹਿਰ ਨਾਲ ਭਰੇ ਬੰਦਿਆਂ ਨੂੰ ਅੰਮ੍ਰਿਤ ਬਣਾਤਾ। ਜ਼ਹਿਰ ਹੀ ਹੈ ਨਾ, ਆ ਜ਼ਹਿਰ ਹੀ ਹੈ। ਲਾਲਚ ਜ਼ਹਿਰ, ਕਾਮ ਵਾਸ਼ਨਾਵਾਂ ਜ਼ਹਿਰ। ਹੁਣ ਦੂਜੀ ਜ਼ਹਿਰ ਹੈ, ਆ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ, ਜਿਹੜੀਆਂ ਕੀਟਨਾਸ਼ਕ ਨਦੀਨਨਾਸ਼ਕ ਦਵਾਈਆਂ ਪੈਣੀਆਂ, ਉਹਨਾਂ ਦੇ ਉੱਤੇ ਇੱਕ ਲਾਈਨ ਲਿਖੀ ਹੁੰਦੀ ਹੈ, ਬੱਚਿਆਂ ਦੀ ਪਹੁੰਚ ਤੋਂ ਪਰਾਂ ਰੱਖੋ, ਯਾਨੀ ਕਿ ਉਹ ਜ਼ਹਿਰ ਹੈ। ਪਰ ਇੱਕ ਜ਼ਹਿਰ ਹੈ ਜਿਹੜਾ ਬੰਦੇ ਦੇ ਅੰਦਰ ਪੈਦਾ ਹੁੰਦਾ। ਉਹ ਕਿਹੜਾ ਜ਼ਹਿਰ ਹੈ? ਜਿਹਨੂੰ ਭਾਈ ਭਗਤ ਧੰਨਾ ਜੀ ਨੇ ਆਪਣੀ ਬਾਣੀ 'ਚ ਲਿਖਿਆ, ਭਰਮਤ ਫਿਰਤ ਬਹੁ ਜਨਮ ਬਿਲਾਨੇ, ਤਨ ਮਨ ਧਨ ਨਹੀਂ ਧੀਰੇ, ਲਾਲਚ ਬਿਖ। ਬਾਣੀ 'ਚ ਲਾਲਚ ਨੂੰ ਵੀ ਬਿਖ ਆਖਿਆ, ਜ਼ਹਿਰ ਆਖਿਆ। ਲਾਲਚ ਬਿਖ, ਕਾਮ ਲੁਭਤ ਰਾਤਾ, ਕਾਮ ਵਾਸ਼ਨਾਵਾਂ ਵੀ ਜ਼ਹਿਰ ਨੇ। ਕਿਸੇ ਦੇ ਘਰ ਲਾਲਚ ਰੂਪੀ ਜ਼ਹਿਰ ਨੇ ਜ਼ਿੰਦਗੀ ਤਬਾਹ ਕਰਤੀ, ਕਿਸੇ ਦੇ ਘਰ ਕਾਮ ਵਾਸ਼ਨਾਵਾਂ ਦੇ ਜ਼ਹਿਰ ਨੇ ਜ਼ਿੰਦਗੀ ਤਬਾਹ ਕਰਤੀ। ਮਨ ਵਿਸਰੇ ਪ੍ਰਭ ਹੀਰੇ, ਹੀਰਾ ਪ੍ਰਭੂ ਮਨ ਵਿੱਚੋਂ ਵਿਸਰ ਗਿਆ। ਬਿਖ ਫਲ ਮੀਠ ਲੱਗੇ ਮਨ ਬੌਰੇ, ਬਿਖ ਦੇ ਫਲ ਇਸ ਮਨ ਬੌਰੇ ਨੂੰ ਮਿੱਠੇ ਲੱਗਦੇ ਆ। ਚਾਰ ਵਿਚਾਰ ਨਾ ਜਾਣਿਆ, ਚੰਗੀਆਂ ਵਿਚਾਰਾਂ ਚੰਗੀਆਂ ਨਹੀਂ ਲੱਗੀਆਂ ਇਹਨੂੰ। ਗੁਣ ਤੇ ਪ੍ਰੀਤ ਵੱਡੀ ਅਨ ਭਾਂਤੀ, ਜਨਮ ਮਰਨ ਫਿਰ ਤਾਨਿਆ। ਤੋ ਕੱਚੋਂ ਕੰਚਨ ਭਇਓ, ਕੱਚ ਤੋਂ ਕੰਚਨ ਬਣ ਗਏ। ਹੁਣ ਕੱਚ ਅਤੇ ਕੰਚਨ 'ਚ ਕੀ ਫਰਕ ਹੈ ਭਲਾ? ਤੁਸੀਂ ਕੱਚ ਦਾ ਜੱਗ ਲੈ ਕੇ ਆਓ ਬਾਜ਼ਾਰੋਂ, ਕੱਚ ਦੇ ਗਲਾਸ ਲੈ ਕੇ ਆਓ, ਕੱਚ ਦੀ ਤੁਸੀਂ ਟਰੇ ਲੈ ਕੇ ਆਓ। ਤੁਸੀਂ ਬਾਜ਼ਾਰੋਂ ਜਦੋਂ ਖਰੀਦ ਕੇ ਘਰ ਲੈ ਕੇ ਆਏ, ਆਉਂਦਿਆਂ ਤੁਹਾਡੇ ਬੱਚੇ ਕੋਲੋਂ, ਤੁਹਾਡੇ ਪੁੱਤਰ ਕੋਲੋਂ, ਤੁਹਾਡੀ ਧੀ ਕੋਲੋਂ ਜਾਂ ਤੁਹਾਡੇ ਕੋਲੋਂ ਹੱਥੋਂ ਛੁੱਟ ਕੇ ਕਿਤੇ ਤੇੜ ਪੈ ਗਈ, ਟੁੱਟ ਗਈ, ਕਿ ਹੁਣ ਵੀ ਉਹਦੀ ਕੀਮਤ ਓਨੀ ਹੈ? ਜਾਂ ਤੁਸੀਂ ਦੁਕਾਨਦਾਰ ਨੂੰ ਕਹੋਗੇ ਵੀ ਅੱਧੇ ਰੇਟ 'ਚ ਹੀ ਰੱਖ ਲਾ, ਉਹ ਕਹੇਗਾ ਨਹੀਂ ਭਾਈ, ਕੱਚ ਟੁੱਟਣ ਤੋਂ ਬਾਅਦ ਆਪਣੀ ਕੀਮਤ ਗਵਾ ਦਿੰਦਾ ਹੈ। ਹੁਣ ਇਹਨੂੰ ਲੈ ਜਾਓ ਕੰਚਨ 'ਤੇ, ਸੋਨੇ 'ਤੇ। ਸੋਨੇ ਦਾ ਹਾਰ ਲੈ ਕੇ ਆਏ, ਸੋਨੇ ਦੀ ਮੁੰਦਰੀ ਲੈ ਕੇ ਆਏ, ਸੋਨੇ ਦਾ ਕੜਾ ਲੈ ਕੇ ਆਏ, ਪਾਉਣ ਲੱਗਿਆਂ ਕਾਹਲੀ 'ਚ ਕਿਤੇ ਮੁੰਦਰੀ ਤਿੜਕ ਗਈ, ਕੋਈ ਸੋਨੇ ਦਾ ਕੜਾ ਮਾੜਾ ਜਿਹਾ ਭੁਰ ਗਿਆ, ਟੁੱਟ ਗਿਆ ਤੁਹਾਡੇ ਕੋਲੋਂ, ਹਾਰ ਦੇ ਵਿੱਚ ਤੁਹਾਡੇ ਕੋਲ ਘੁੰਡੀ ਨਿਕਲ ਗਈ। ਤੁਸੀਂ ਹੁਣ ਕਿਸੇ ਸੁਨਿਆਰੇ ਵੀਰ ਕੋਲ ਜਾਓਗੇ, ਕੀ ਉਹਦੀ ਕੀਮਤ ਵਿੱਚ ਫਰਕ ਪਿਆ ਕੋਈ? ਸੋਨੇ ਦਾ ਹਾਰ ਟੁੱਟਣ ਤੋਂ ਬਾਅਦ ਵੀ ਆਪਣੀ ਕੀਮਤ ਵਿੱਚ ਕੋਈ ਫਰਕ ਨਹੀਂ ਪੈਣ ਦਿੰਦਾ। ਕਹਿੰਦੇ ਸੀ ਕੱਚ ਵਰਗੇ ਸੀ, ਜਿਹੜਾ ਮਾੜਾ ਜਿਹਾ ਕਿਸੇ ਨਾਲ ਛੋਹ ਜਾਣਾ ਅਤੇ ਕਹਿਣਾ ਨਹੀਂ ਭਾਈ ਤੂੰ ਪਿੱਟਿਆ ਗਿਆ। ਇੱਥੇ ਅੱਜ ਵੀ ਭਾਰਤ ਦੇਸ਼ ਵਿੱਚ ਦਲਿਤਾਂ ਨਾਲ ਧੱਕਾ ਹੁੰਦਾ ਹੈ। ਜੇ ਦੂਜੇ ਮਤਾਂ ਦੇ ਲੋਕ ਕਰਨ 100 ਵਾਰ ਕਰਨ, ਇੱਥੇ ਭਾਰਤ ਦੇਸ਼ ਵਿੱਚ ਕੋਈ ਸ਼ੂਦਰ ਮੰਦਰ ਚੜ੍ਹ ਜਾਂਦਾ ਸੀ ਅਤੇ ਮੰਦਰ ਉਹਨੂੰ ਕਿਹਾ ਜਾਂਦਾ ਸੀ ਇਹਨੇ ਮੰਦਰ ਨੂੰ ਅਪਵਿੱਤਰ ਕਰ ਦਿੱਤਾ, ਇਹਨੇ ਧਾਰਮਿਕ ਅਸਥਾਨ ਅਪਵਿੱਤਰ ਕਰ ਦਿੱਤਾ ਹੈ। ਹੱਦ ਹੋ ਗਈ। ਉਹ ਸਦੀਆਂ ਤੋਂ ਤੁਸੀਂ ਕਹਿੰਦੇ ਹੋ ਇੱਥੇ ਪਾਠ ਹੁੰਦੇ ਆ ਰਹੇ ਨੇ, ਮੰਤਰ ਪੜ੍ਹੇ ਜਾ ਰਹੇ ਨੇ। ਇੱਕ ਸ਼ੂਦਰ ਦੇ ਪੈਰ ਪੈਣ ਨਾਲ ਮੰਦਰ ਜਿਹੜਾ ਵਾ ਉਹਦੀ ਪਵਿੱਤਰਤਾ ਅਪਵਿੱਤਰਤਾ ਵਿੱਚ ਬਦਲ ਗਈ। ਫਿਰ ਤਾਕਤ ਕਿਹ ਜ਼ਿਆਦਾ ਹੋਈ, ਮੰਦਰ ਵਿੱਚ ਕਿ ਸ਼ੂਦਰ 'ਚ? ਮਜ਼ਾ ਤਾਂ ਸੀ ਇੱਕ ਮੰਦਰ ਦੀ ਪਵਿੱਤਰਤਾ ਇੱਕ ਸ਼ੂਦਰ ਦੇ ਪੈਰ ਪੈਣ ਨਾਲ ਉਹਨੂੰ ਵੀ ਪਵਿੱਤਰ ਕਰ ਦਿੰਦੀ। ਪਰ ਕੰਮ ਉਲਟਾ ਹੋ ਗਿਆ, ਕੰਮ ਉਲਟਾ ਹੋ ਗਿਆ। ਜੇ ਉਹ ਸਵਾਲ ਕਰੇ ਵੀ ਫਿਰ ਤੁਹਾਡੇ ਮੰਤਰਾਂ ਦਾ ਕੀ ਫਾਇਦਾ ਜੇ ਮੇਰੇ ਪੈਣ ਨਾਲ ਹੀ ਅਪਵਿੱਤਰ ਹੋ ਗਿਆ? ਤੇ ਜੇ ਦੂਜੇ ਮਤਾਂ ਦੇ ਵਿੱਚ ਇਹ ਵਹਿਮ ਨੇ ਤਾਂ ਸਾਡੇ ਕੀ ਹੈ? ਫਲਾਣੇ ਦਾ ਹੱਥ ਲੱਗ ਗਿਆ, ਹੁਣ ਮੈਂ ਖਾਣਾ ਨਹੀਂ ਖਾਣਾ। ਫਲਾਣੇ ਨੇ ਹੱਥ ਲਾਤਾ ਅੰਮ੍ਰਿਤਧਾਰੀ ਨੂੰ, ਬੇਅਮਰਤੀ ਨੇ ਹੱਥ ਲਾਤਾ, ਪਿੱਟਿਆ ਗਿਆ। ਇਹਦਾ ਅਰਥ ਇਹ ਹੋਇਆ ਬੇਅਮਰਤੀ ਦਾ ਹੱਥ ਲੱਗ ਗਿਆ ਅੰਮ੍ਰਿਤਧਾਰੀ ਨੂੰ ਅਤੇ ਉਹ ਪਿੱਟਿਆ ਗਿਆ। ਫਿਰ ਤੇਰਾ ਅੰਮ੍ਰਿਤ ਕਾਹਦਾ ਹੋਇਆ ਵੀ? ਫਿਰ ਬਾਬਾ ਜੀ ਦੀ ਪਵਿੱਤਰਤਾ ਕਾਹਦੀ ਹੋਈ? ਇੱਥੇ ਤਾਂ
ਇਹੋ ਜਿਹੇ ਵੀ ਡੇਰੇ ਹੈਗੇ ਪੰਜਾਬ ਜਿੱਥੇ ਜਾਤਾਂ ਦੇ ਆਧਾਰ 'ਤੇ ਲੰਗਰ ਵਰਤਾਇਆ ਜਾਂਦਾ ਹੈ। ਮਜ਼੍ਹਬੀ ਸਿੱਖਾਂ ਦੇ ਬਰਤਨ ਵੱਖਰੇ, ਜ਼ਿਮੀਂਦਾਰਾਂ ਦੇ ਬਰਤਨ ਵੱਖਰੇ, ਇੱਦਾਂ ਦੇ ਵਹਿਮ ਪਾਲੇ ਜਾਂਦੇ ਨੇ, ਇੱਦਾਂ ਦੇ ਭਰਮ ਸਾਡੇ ਸਮਾਜ ਵਿੱਚ ਖੜੇ ਕੀਤੇ ਜਾਂਦੇ ਨੇ। ਇਹ ਜ਼ਹਿਰ ਹੈ, ਜੇ ਜ਼ਹਿਰ ਨੇ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ। ਤਾਂ ਫਿਰ ਗੱਲ ਨੂੰ ਸੋਚ ਕੇ ਵੇਖਣਾ, ਗੁਰੂ ਸਾਹਿਬ ਨੇ ਕਿੱਡਾ ਉੱਚਾ ਰੁਤਬਾ ਸਾਨੂੰ ਬਖਸ਼ਿਸ਼ ਕੀਤਾ ਸੀ, ਕਿੱਡੀ ਉੱਚੀ ਸੁੱਚੀ ਸਾਨੂੰ ਵਿਚਾਰਧਾਰਾ ਦਿੱਤੀ ਸੀ ਜ਼ਿੰਦਗੀ ਜਿਉਣ ਵਾਸਤੇ ਕਿ ਕੱਚ ਮਾੜਾ ਜਿਹਾ ਕੱਚ ਨੂੰ ਹੱਥ ਲੱਗਾ ਤੇ ਟੁੱਟ ਗਿਆ। ਇੱਥੇ ਕੱਚ ਵਰਗਾ ਜੀਵਨ ਸੀ, ਜਿਹੜੇ ਬੰਦੇ ਆਪਣੇ ਕੋਲ ਨਹੀਂ ਸੀ ਬੈਠਣ ਦਿੰਦੇ। ਇਹ ਤੇ ਭਲਾ ਹੋਵੇ ਸਤਿਗੁਰ ਦਾ, ਜਿਹਨੇ ਨੀਚੇ ਊਚ ਭਇਓ, ਜਿਹਨੇ ਸਾਨੂੰ ਨੀਚ ਤੋਂ ਉੱਚਾ ਕਰ ਦਿੱਤਾ, ਜਿਹਨੇ ਸਾਨੂੰ ਨੀਵਿਆਂ ਤੋਂ ਉੱਚਾ ਕਰ, ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਇੱਥੇ ਕਿਹੜਾ ਨੀਵਾਂ ਰੁੱਖ ਸੀ? ਯਾਨੀ ਕਿ ਅਸੀਂ ਗੰਦਗੀ ਨਾਲ ਭਰੇ ਸੀ, ਤੇਰੇ ਸ਼ਬਦ ਨਾਲ ਜੁੜ ਕੇ ਅਸੀਂ ਉੱਚੇ ਜੀਵਨ ਵਾਲੇ ਬਣ ਗਏ। ਜਨਮ ਲੈਣ ਕਰਕੇ ਕੋਈ ਉੱਚੀ ਨੀਵੀਂ ਜਾਤ ਦਾ ਨਹੀਂ, ਆਪਣੇ ਕਰਮਾਂ ਕਰਕੇ, ਆਪਣੀਆਂ ਆਦਤਾਂ ਕਰਕੇ ਕੋਈ ਉੱਚਾ ਨੀਵਾਂ ਹੋ ਸਕਦਾ ਹੈ। ਤਾਂ ਪਾਤਸ਼ਾਹ ਜਿਹੜੀ ਸਾਨੂੰ ਸਿੱਖਿਆ ਦੇ ਰਹੇ ਨੇ ਵੀ ਕਰਤ ਨਾ ਲਾਗੀ ਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਜਿਹਨੇ ਸਾਨੂੰ ਆਮ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ। ਬਸ ਇਹਨਾਂ ਦੇਵਤਿਆਂ 'ਚ ਕੋਈ ਫਰਕ ਸੀ ਵੀ ਇਹਨਾਂ ਦੇਵਤਿਆਂ ਦੀਆਂ ਮੂਰਤੀਆਂ ਨਹੀਂ ਬਣੀਆਂ, ਇਹਨਾਂ ਦੇਵਤਿਆਂ ਦੇ ਮੰਦਰ ਨਹੀਂ ਬਣੇ, ਇਹਨਾਂ ਦੇਵਤਿਆਂ ਦੀ ਕਿਸੇ ਨੇ ਐਦਾਂ ਮੂਰਤੀ ਬਣਾ ਕੇ ਪੂਜਾ ਨਹੀਂ ਕੀਤੀ। ਇਹ ਉਹ ਦੇਵਤੇ ਸੀ ਜਿਹੜੇ ਖੇਤਾਂ 'ਚ ਹਲ ਵੀ ਵਾਹੁੰਦੇ ਸੀ। ਅੱਜ ਵੀ ਦੇਵਤੇ ਹੈਗੇ ਨੇ। ਕਿਸੇ ਆਫਿਸ ਵਿੱਚ ਕੋਈ ਇਮਾਨਦਾਰ ਬੰਦਾ ਹੋਵੇ, ਪੁੱਛ ਕੇ ਵੇਖੋ, ਜਦੋਂ ਉਹਦਾ ਕੋਈ ਕੰਮ ਕਰਦਾ, ਕਹਿੰਦਾ ਅਫਸਰ ਬੜੇ ਵੇਖੇ ਪਰ ਦੇਵਤਾ ਅਫਸਰ ਪਹਿਲੀ ਵਾਰ ਵੇਖਿਆ। ਐਦਾਂ ਨਹੀਂ ਕਹਿੰਦੇ। ਹੁਣ ਕੋਈ ਬੰਦਾ ਕੋਈ ਦੂਰੋਂ 100-200 ਕਿਲੋਮੀਟਰ ਸਫ਼ਰ ਤੈਅ ਕਰਕੇ ਆਵੇ, ਕਿਸੇ ਉੱਚੇ ਅਹੁਦੇ ਦੇ ਬੰਦੇ ਦੇ ਨਾਲ ਉਹਦਾ ਵਾਹ ਪੈ ਜੇ, ਉਹਦਾ ਕੰਮ ਇਮਾਨਦਾਰੀ ਨਾਲ ਕਰਦੇ, ਕੀ ਕਹਿੰਦਾ ਬੰਦਾ ਭਲਾ? ਬੜੇ ਇਨਸਾਨ ਵੇਖੇ ਭਾਈ, ਰੱਬੀ ਰੂਪ ਦੇਵਤਾ ਇਨਸਾਨ ਪਹਿਲੀ ਵਾਰ ਵੇਖਿਆ। ਇਹ ਦੇਵਤੇ ਜਿਹੜੇ ਇਨਸਾਨ ਆ, ਇਹ ਦੇਵੀ ਗੁਣਾਂ ਨੇ ਪੈਦਾ ਕਰਨਾ ਹੈ। ਹੁਣ ਯਾਦ ਰੱਖਣਾ, ਜੋ ਧਰਮ ਕਮਾਵੇ ਤਿਸ ਧਰਮ ਨਾ ਹੋਏ, ਪਾਪ ਕਮਾਣੇ ਪਾਪੀ ਜਾਣੀ। ਇਹਦਾ ਸੰਬੰਧ ਤੁਹਾਡੀ ਜ਼ਿੰਦਗੀ ਦੀ ਕਮਾਈ ਨਾਲ ਹੈ। ਜਿੱਦਾਂ ਦੇ ਤੁਸੀਂ ਕਰਮ ਕਰੋਗੇ ਉੱਦਾਂ ਦਾ ਨਾਂ ਪੱਕ ਜਾਣਾ। ਤੋ ਕਰਤ ਨਾ ਲਾਗੀ ਵਾਰ, ਕੱਚੋਂ ਕੰਚਨ ਪਇਓ, ਕੱਚ ਤੋਂ ਕੰਚਨ ਬਣ ਗਏ, ਸੋਨਾ ਬਣ ਗਏ। ਤੇ ਸੋਨਾ ਟੁੱਟਣ ਤੋਂ ਬਾਅਦ, ਕਿਸੇ ਦਾ ਹੱਥ ਲੱਗਣ ਤੋਂ ਬਾਅਦ ਵੀ ਆਪਣੀ ਕੀਮਤ ਨਹੀਂ ਗਵਾਉਂਦਾ। ਕੱਚੋਂ ਕੰਚਨ ਪਇਓ ਕਦੋਂ? ਸ਼ਬਦ ਗੁਰ ਸਰਵਣੇ ਸੁਣਿਓ। ਅਸੀਂ ਕਿੰਨੇ ਸ਼ਬਦ ਸੁਣੇ ਨੇ? ਜਦੋਂ ਕੰਨ ਸ਼ਬਦ ਧਿਆਨ ਨਾਲ ਸੁਣਗੇ ਤੇ ਕੰਨਾਂ ਨਾਲ ਸੁਣਿਆ ਹੋਇਆ ਸ਼ਬਦ, ਫਿਰ ਮਨ ਸੋਹਣਾ ਬਣੇਗਾ ਤੇ ਸਾਡਾ ਕੱਲਾ ਕੱਲਾ ਗਿਆਨ ਇੰਦਰਾ, ਕਰਮ ਇੰਦਰਾ ਉਹਦੇ ਮੁਤਾਬਕ ਹਰਕਤ ਵਿੱਚ ਆਏਗਾ ਤੇ ਸਾਡਾ ਫਿਰ ਜਿਹੜਾ ਜੀਵਨ ਵਾ ਉਹ ਬਿੱਖ ਤੋਂ ਅੰਮ੍ਰਿਤ ਬਣ ਜਾਏਗਾ। ਕੱਚੋਂ ਕੰਚਨ ਭਇਓ, ਸ਼ਬਦ ਗੁਰੂ ਸਰਵਣੇ ਸੁਣਿਓ, ਬਿੱਖ ਤੇ ਅੰਮ੍ਰਿਤ ਹੋਇਓ। ਜ਼ਹਿਰ ਨਾਲ ਭਰਿਆ ਜੀਵਨ, ਜ਼ਹਿਰ ਨਾਲ ਭਰਿਆ ਜੀਵਨ ਅੰਮ੍ਰਿਤ ਬਣ ਗਿਆ। ਆਹ ਹੈ ਅਸਲੀ ਅੰਮ੍ਰਿਤਧਾਰੀ ਹੋਣਾ। ਖੰਡੇ ਦੀ ਪੌਲ ਤਾਂ ਇੱਕ ਤਰੀਕਾ ਹੈ ਜਿਹਦੇ ਨਾਲ ਅਸੀਂ ਇਸ ਬੰਨੇ ਤੁਰਨਾ। ਅਸਲੀ ਅੰਮ੍ਰਿਤਧਾਰੀ ਤਾਂ ਸਿੱਖ ਨੇ ਰੋਜ਼ ਗੁਰਬਾਣੀ ਦਾ ਅੰਮ੍ਰਿਤ ਪੀਣਾ ਹੈ, ਰੋਜ਼ ਗੁਰੂ ਦੀ ਬਾਣੀ ਵਿੱਚੋਂ ਚੁੱਭੀਆਂ ਮਾਰ ਮਾਰ ਕੇ ਅੰਮ੍ਰਿਤ ਪੀਣਾ ਹੈ। ਯਾਦ ਰੱਖਣਾ, ਖੰਡੇ ਦੀ ਪੌਲ ਤਨ ਨੇ ਛਕੀ ਹੈ, ਗੁਰਬਾਣੀ ਦਾ ਅੰਮ੍ਰਿਤ ਮਨ ਨੇ ਪੀਣਾ ਹੈ। ਦੋਵਾਂ 'ਚ ਫਰਕ ਹੈ। ਹੁਣ ਜਿਹੜੀ ਖੰਡੇ ਦੀ ਪੌਲ ਹੈ ਉਹ ਤਾਂ ਮੂੰਹ ਰਾਹੀਂ ਅੰਦਰ ਚਲੇਗੀ, ਅੱਖਾਂ 'ਚ ਪੈ ਗਈ, ਇਹ ਤਨ ਨੇ ਛਕੀ ਹੈ। ਮਨ ਨੇ ਗੁਰਬਾਣੀ ਦਾ ਅੰਮ੍ਰਿਤ ਪੀਣਾ ਹੈ। ਖੰਡੇ ਦੀ ਇੱਦਾਂ ਕਹਿ ਲਓ, ਖੰਡੇ ਦੀ ਪੌਲ ਤਾਂ ਤਨ ਨੇ 30 ਸਾਲ ਦੀ ਲਈ ਹੈ, ਪਰ ਮਨ ਨੇ ਅੰਮ੍ਰਿਤ ਇੱਕ ਦਿਨ ਵੀ ਨਹੀਂ ਪੀਤਾ। ਮਨ ਨੇ ਗੁਰਬਾਣੀ ਦਾ ਅੰਮ੍ਰਿਤ ਪੀਣਾ ਹੈ, ਰੋਜ਼ ਅੰਮ੍ਰਿਤ ਚੁੱਭੀਆਂ ਮਾਰ ਮਾਰ ਕੇ ਪੀਣਾ ਹੈ, ਬਾਣੀ ਸਮਝ ਕੇ ਪੀਣਾ ਹੈ। ਰੋਜ਼ ਅੰਮ੍ਰਿਤ ਪੀਵੋ, ਰੋਜ਼ ਸਮਝੋ, ਰੋਜ਼ ਬਾਣੀ ਦੀ ਵਿਚਾਰ ਵਿੱਚ ਚੁੱਭੀਆਂ ਮਾਰੋ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ ਘਟ ਮਾਈ ਜਿਓ। ਅੰਮ੍ਰਿਤ ਤੇਰੇ ਅੰਦਰ ਹੀ ਹੈ। ਚੁੱਭੀਆਂ ਮਾਰ ਮਾਰ ਕੇ ਰੋਜ਼ ਪੀ ਜਾ, ਜਿੰਨਾ ਪੀ ਜਾ, ਜਿੰਨਾ ਮਰਜ਼ੀ। ਇਹ ਥੋੜ੍ਹਾ ਕਹਿਣਾ ਮੈਂ ਤਾਂ ਅੰਮ੍ਰਿਤ ਛਕਿਆ ਹੈ ਜੀ, ਅੰਮ੍ਰਿਤ ਛਕਿਆ ਥੋੜ੍ਹਾ, ਅੰਮ੍ਰਿਤ ਛਕਣਾ ਹੈ, ਰੋਜ਼ ਹੀ ਛਕਣਾ ਸਿੱਖ ਨੇ। ਜਿਹੜਾ ਬੰਦਾ ਇੱਦਾਂ ਕਹਿੰਦਾ ਉਹਨੂੰ ਤਾਂ 20 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ, ਇਹਦਾ ਉਹਨੂੰ ਅੰਮ੍ਰਿਤ ਦੀ ਡੈਫੀਨੇਸ਼ਨ ਦਾ ਹੀ ਨਹੀਂ ਪਤਾ। ਸਿੱਖ ਨੇ ਤਾਂ ਰੋਜ਼ ਅੰਮ੍ਰਿਤ ਪੀਣਾ ਹੈ, ਰੋਜ਼ ਅੰਮ੍ਰਿਤ ਪੀਣਾ, ਗੁਰਬਾਣੀ ਦਾ ਰੋਜ਼ ਅੰਮ੍ਰਿਤ ਪੀਣਾ। ਤਾਂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ ਨੇ ਜਿਹੜੀ ਗੱਲ, ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਮਨੁੱਖਾਂ ਤੋਂ ਆਮ ਇਨਸਾਨਾਂ ਤੋਂ ਦੇਵਤੇ ਬਣਾਤਾ। ਕਰਤ ਨਾ ਲਾਗੀ ਵਾਰ, ਬਿੱਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਜਦੋਂ ਨਾਮ ਮੁਖ ਤੋਂ ਭਣਿਆ, ਨਾਮ ਦਾ ਅਰਥ ਕੀ? ਸੱਚ ਦੀਆਂ ਵਿਚਾਰਾਂ ਮੁਖ ਤੋਂ ਕੀਤੀਆਂ, ਸੋਹਣੀਆਂ ਵਿਚਾਰਾਂ ਕੀਤੀਆਂ, ਸੋਹਣਾ ਜੀਵਨ ਬਣ ਗਿਆ। ਜ਼ਹਿਰ ਨਾਲ ਭਰਿਆ ਜੀਵਨ ਅੰਮ੍ਰਿਤ ਨਾਲ ਭਰ ਗਿਆ। ਬਿੱਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਕਿਤੇ ਲੋਹੋਂ ਹੋਇਓ ਲਾਲ, ਲੋਹੇ ਤੋਂ ਲਾਲ ਬਣ ਗਏ। ਲੋਹੇ ਤੇ ਲਾਲ 'ਚ ਕੀ ਫਰਕ ਭਲਾ? ਲੋਹੇ ਦੀ ਕੋਈ ਚੀਜ਼ ਤੁਹਾਡੇ ਵਿਹੜੇ 'ਚ ਪਈ ਹੋਵੇ ਨਾ, ਆਪਾਂ ਕਦੀ ਸਾਂਭ ਕੇ ਨਹੀਂ ਰੱਖਦੇ। ਕਈ ਲੋਹੇ ਦੀ ਤੁਸੀਂ ਵੇਖੋ, ਖੇਤਾਂ 'ਚ ਕਈ ਵਾਰੀ ਆਪਾਂ ਆਪਣਾ ਲੋਹੇ ਦਾ ਸੁਹਾਗਾ ਛੱਡ ਆਉਂਦੇ ਹਾਂ, ਆਪਣੀ ਕਹੀ ਛੱਡ ਆਉਂਦੇ ਹਾਂ, ਦਾਤਰੀਆਂ ਛੱਡ ਆਉਂਦੇ ਹਾਂ। ਲੋਹੇ ਨਾਲ ਬਣੇ ਔਜ਼ਾਰ ਖੇਤਾਂ ਦੇ ਕਿਸਾਨਾਂ ਦੇ ਖੇਤਾਂ 'ਚ ਹੀ ਪੈ ਰਹਿੰਦੇ ਆ। ਪੂਰਾ ਜਿਹੜਾ
ਵਟਾਂ ਪਾਉਣ ਵਾਲਾ ਜਿੰਦਰਾ ਹੁੰਦਾ ਉਹ ਵੀ ਕਈ ਵਾਰੀ ਖੇਤਾਂ 'ਚ ਹੀ ਪਿਆ ਲੋਹੇ ਦਾ ਬਣਿਆ ਨਾ, ਸੁਹਾਗਾ ਲੋਹੇ ਦਾ ਬਣਿਆ, ਉੱਥੇ ਪਿਆ ਖੜਦਾ ਹੀ ਨਹੀਂ। ਕਈ ਇਲਾਕੇ ਇੱਦਾਂ ਦੇ ਨੇ ਜਿੱਥੇ ਚੋਰੀ ਹੁੰਦੀ ਹੀ ਨਹੀਂ, ਵੀ ਉਹ ਬਹੁਤ ਸੋਹਣਾ ਇਲਾਕਾ ਹੈ, ਭਾਵ ਉੱਥੇ ਲੋਹੇ ਦਾ ਬਣਿਆ ਔਜ਼ਾਰ ਉੱਥੇ ਛੱਡ ਦਿੱਤਾ। ਸੋਨਾ 4 ਤੋਲੇ ਦਾ ਵੀ ਹੋਵੇ ਨਾ, ਕੋਈ ਕੜਾ, ਕੋਈ ਮੁੰਦਰੀ, ਉਹ ਵੀ ਇੱਦਾਂ ਬਾਹਰ ਛੱਡ ਦਈਦਾ, ਉਹ ਵੀ ਇੱਦਾਂ ਵਿਹੜੇ ਵਿੱਚ ਖੁੱਲ੍ਹਾ ਰੱਖ ਦਈਦਾ। ਰਾਤ ਨੂੰ ਸਾਰਾ ਪਰਿਵਾਰ ਅੰਦਰ ਸੁੱਤਾ, ਲੋਹੇ ਦੀ ਚੀਜ਼ ਵਿਹੜੇ 'ਚ ਹੀ ਪਈ, ਰਾਤ ਲੋਹੇ ਦੀ ਚੀਜ਼ ਵਿਹੜੇ 'ਚ ਹੀ ਪਈ ਹੈ। ਪਰ ਜੇ ਕੋਈ ਮੁੰਦਰੀ ਹੋਵੇ ਸੋਨੇ ਦੀ, ਉਹ ਵੀ ਵਿਹੜੇ 'ਚ ਹੀ ਰਾਤ ਪਈ ਰਹੂਗੀ, ਭਾਵੇਂ ਨਿੱਕੀ ਜਿਹੀ ਹੁੰਦੀ ਹੈ। ਉਹਨੂੰ ਤਾਂ ਅੰਦਰ ਲੌਕ ਲਾ ਕੇ ਅੰਦਰ ਰੱਖ ਕੇ ਚਾਬੀ ਲੁਕੋਈ ਜਾਂਦੀ ਆ। ਕਈਆਂ ਨੇ ਤਾਂ ਆਪਣਿਆਂ ਨੇ ਜਿਹੜੀਆਂ ਨੇ ਉਹ ਲੋਕਰਾਂ ਵਿੱਚ ਸੋਨਾ ਜਮ੍ਹਾਂ ਕਰਾਇਆ ਹੁੰਦਾ। ਲੋਕਰ ਖਰੀਦਦੇ ਹੁੰਦੇ, ਬੈਂਕਾਂ ਵਿੱਚ ਲੋਕਰ ਹੁੰਦੇ, ਉੱਥੇ ਉਹਦਾ ਰੈਂਟ ਭਰਦੇ ਆ, ਉੱਥੇ ਆਪਣਾ ਸੋਨਾ। ਕੋਈ ਲੋਹੇ ਵਾਲੀ ਚੀਜ਼ ਨੂੰ ਤੁਸੀਂ ਇੱਦਾਂ ਲੋਕਰ 'ਚ ਰੱਖ ਕੇ ਆਓਗੇ ਭਲਾ, ਵੀ ਤੁਹਾਡੇ ਘਰ ਲੋਹਾ ਪਿਆ ਥੋੜ੍ਹਾ ਜਿਹਾ, ਤੁਸੀਂ ਕਹੋ ਵੀ ਲੋਕਰ 'ਚ ਰੱਖੋ, ਪਤਾ ਲੋਹੇ ਨੂੰ ਕਿਸੇ ਨੇ ਖੜਨਾ ਨਹੀਂ। ਲੋਹ ਹੋਇਓ ਲਾਲ, ਲੋਹੇ ਤੋਂ ਲਾਲ ਬਣ ਗਏ, ਲਾਲ ਕੀਮਤੀ ਆ। ਲੋਹਾ ਤਾਂ ਕਿਤੇ ਵੀ ਖਰੀਦੇ ਜਾਂਦਾ, ਲੋਹਾ ਤਾਂ ਕਈ ਵਾਰੀ ਆਪਣੇ ਘਰ ਪਿਆ ਹੋਵੇ ਨਾ, ਇੱਦਾਂ ਦੇ ਦਿੰਦਾ ਕਬਾੜੀਏ ਨੂੰ। ਲੋਹੇ ਤੇ ਇੱਦਾਂ ਦੀ ਚੀਜ਼ ਆ ਵੀ ਉਹ ਹੋਕਾ ਦੇਣ ਆਉਂਦਾ, ਨਟ ਬੋਲਟ ਕੋ ਸਰੀਆ ਟੁੱਟਾ ਭੱਜਾ ਪਿਆ ਹੋਵੇ, ਆਪਾਂ ਦੇ ਦਿੰਦੇ ਹਾਂ। ਲੋਹਾ ਤਾਂ ਇੱਦਾਂ ਵਿਕ ਜਾਂਦਾ, ਸੋਨਾ ਵੀ ਇੱਦਾਂ ਵਿਕਦਾ। ਸੋਨੇ ਨੂੰ ਵੀ, ਲਾਲ ਨੂੰ ਵੀ ਖਰੀਦਦੇ ਕੋਈ ਇੱਦਾਂ ਬੰਦੇ ਤੁਸੀਂ ਵੇਖੇ ਆਪਣੇ ਹੋਕਾਂ ਦੇ ਵੀ ਲਾਲ ਵੇਚ ਲਓ ਬਈ, ਮੈਂ ਲਾਲ ਖਰੀਦਣਾ, ਇੱਦਾਂ ਕੋਈ ਹੋਕਾ ਦਿੰਦਾ ਵੇਖਿਆ? ਲਾਲ ਕੀਮਤੀ ਹੈ। ਅਤੇ ਮੈਂ ਕਦੀ ਕਦੀ ਸੋਚਦਾ ਸ਼ਾਇਦ ਉਹਨਾਂ ਗੁਰੂ ਕੇ ਸਿੱਖਾਂ ਨੇ ਵੀ ਆਪਣਾ ਜੀਵਨ ਲਾਲ ਵਰਗਾ ਬਣਾ ਲਿਆ ਸੀ, ਜਿਨ੍ਹਾਂ ਦੇ ਸਿਰਾਂ ਦੇ ਮੁੱਲ ਪਏ, ਜਿਨ੍ਹਾਂ ਨੂੰ ਲਾਲ ਦਿੱਤੇ ਗਏ, ਸਿਰ ਕਲਮ ਕਰਵਾ ਲਏ, ਪਰ ਆਪਣਾ ਆਪ ਨਹੀਂ ਵੇਚਿਆ। ਆਹ ਜਿਹੜੇ ਕਬਾੜੀ ਵਾਂਗੂ ਆਪਣਾ ਆਪ ਹੀ ਵੇਚਦੇ ਫਿਰਦੇ, ਕੋਈ ਮੇਲਾ ਛੱਡਦੇ ਹੀ ਨਹੀਂ। ਕਦੀ ਲਾਲਾਂ ਵਾਲੇ ਦੇ ਬੈਠੇ ਹੁੰਦੇ ਆ, ਕਦੀ ਕਿਸੇ ਪੀਰ ਦੇ ਪੈਰਾਂ 'ਤੇ ਬੈਠੇ ਹੁੰਦੇ, ਕਿਸੇ ਬਾਬੇ ਦੀਆਂ ਚਪਲਾਂ ਚੱਟ ਰਹੇ ਹੁੰਦੇ ਆ। ਇਹ ਕੌਣ ਨੇ? ਇਹ ਉਹ ਲੋਹਾ ਜਿਹੜਾ ਕਬਾੜੀਆ ਇਕੱਠਾ ਕਰਦਾ ਫਿਰਦਾ, ਜਿਹੜਾ ਮਰਜ਼ੀ ਲੈ ਜਾਏ, ਆਹ ਨਾ ਆਇਆ ਤੇ ਉਹ ਲੈ ਜੂ। ਇਹ ਉਹ ਲੋਹਾ, ਲੋਹੋਂ ਹੋਇਓ ਲਾਲ, ਲੋਹੇ ਤੋਂ ਲਾਲ ਬਣ ਕੇ। ਕਦੋਂ? ਨਦਰ ਸਤਿਗੁਰ ਜਦ ਧਾਰੈ, ਜਦੋਂ ਮੈਂ ਆਪਣੇ ਗੁਰੂ ਦੀ ਨਦਰ ਦਾ ਪਾਤਰ ਬਣਿਆ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਕਿੰਨੇ ਪਿਆਰੇ ਸ਼ਬਦ ਵਰਤੇ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੇ, ਪੱਥਰ ਤੋਂ ਮਾਣਕ ਬਣਾਤਾ। ਪਾਹਣ ਮਾਣਕ ਕਰੇ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਆਮ ਲੱਕੜ ਤੋਂ ਸ੍ਰੀਖੰਡ ਸਤਿਗੁਰ ਕੀਓ। ਹੁਣ ਆਮ ਲੱਕੜ ਅਤੇ ਚੰਦਨ 'ਚ ਫਰਕ ਹੈ। ਚੰਦਨ ਤੋਲਿਆਂ ਨਾਲ ਵਿਕਦਾ, ਅਤੇ ਆਮ ਲੱਕੜ ਜਿਹੜੀ ਹੈ ਉਹ ਗੱਟਿਆਂ ਨਾਲ ਜਦੋਂ ਮਰਜ਼ੀ ਭੱਠੀ ਝੋਕ ਦਿਓ। ਪਾਹਣ ਮਾਣਕ ਕਰੇ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਆਮ ਲੱਕੜ ਤੋਂ ਸ੍ਰੀਖੰਡ ਸਤਿਗੁਰ ਕੀਓ, ਚੰਦਨ ਬਣਾਤਾ। ਕਾਠੋਂ ਸ੍ਰੀਖੰਡ ਸਤਿਗੁਰ ਕੀਓ। ਦੁੱਖ ਦਰਿਦਰ ਤਿਨਕੇ ਗਏ, ਉਹਨਾਂ ਦੇ ਦੁੱਖ ਦਰਿਦਰ ਚਲੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ। ਪਸ਼ੂ ਪ੍ਰੇਤ ਸੁਰ ਨਰ ਪਏ, ਉਹ ਸੋਹਣੇ ਦੇਵਤੇ ਬਣ ਗਏ। ਸੁਰ ਨਰ, ਸੁਰ ਦੇਵਤੇ, ਨਰ ਆਮ ਮਨੁੱਖਾਂ ਤੋਂ ਸੋਹਣੇ ਦੇਵਤੇ, ਸੁਰ ਨਰ। ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਿੰਨੇ ਪਿਆਰੀ ਸਿੱਖਿਆ ਦਿੱਤੀ। ਕਾਠੋਂ ਸ੍ਰੀਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਅਗਲਾ ਸ਼ਲੋਕ ਹੈ ਗੁਰੂ ਅੰਗਦ ਸਾਹਿਬ ਜੀ ਦਾ, ਮਹਲਾ ਦੂਜਾ। ਕਹਿੰਦੇ ਜੇ 100 ਚੰਦਾ ਉਗਵੇ, ਮੈਂ ਐਸੇ ਗੁਰੂ ਤੋਂ ਕੁਰਬਾਨ ਨਾ ਜਾਵਾਂ। 100 ਚੰਦਰਮਾ ਵੀ ਪੈਦਾ ਹੋ ਜਾਣ, ਸੂਰਜ ਚੜ੍ਹੇ ਹਜ਼ਾਰਾਂ ਸੂਰਜ ਉਦੇ ਹੋ ਜਾਣ, ਇਹ ਰੌਸ਼ਨੀ ਬਾਹਰ ਕਰ ਸਕਦੇ ਆ। ਅਜੇ ਇੱਕ ਸੂਰਜ ਹੀ ਵੇਖ ਲਓ, ਇੱਕ ਸੂਰਜ ਹਨੇਰੀਆਂ ਲਈ ਆਉਂਦਾ। ਅਤੇ ਜੇ ਭਾਈ ਇੱਥੇ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਵੀ ਜੇ ਕਿਤੇ ਜੇ 100 ਕਿੱਡੇ ਪਿਆਰੇ ਸ਼ਬਦ, ਜੇ 100 ਚੰਦਾ ਉਗਵੇ, ਸੂਰਜ ਚੜ੍ਹੇ ਹਜ਼ਾਰਾਂ ਸੂਰਜ ਹੋਣ। ਇੱਥੇ ਇੱਕ ਸੂਰਜ ਹੈ ਨਾ, ਹਜ਼ਾਰਾਂ ਸੂਰਜ ਹੋਣ ਅਤੇ ਸੈਂਕੜੇ ਚੰਦਰਮਾ ਹੋਣ, ਪਰ ਇੱਥੇ ਚਾਨਣ ਹੁੰਦੇ ਆ। ਇੰਨਾ ਬਾਹਰੀ ਤੌਰ 'ਤੇ ਚਾਨਣ ਹੁੰਦਿਆਂ ਵੀ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਜ਼ਿੰਦਗੀ 'ਚ ਫੇਰ ਵੀ ਹਨੇਰਾ ਰਹਿਣਾ, ਕਿਉਂਕਿ ਗੁਰੂ ਨੇ ਅੰਦਰ ਚਾਨਣ ਕਰਨਾ, ਇਹ ਚਾਨਣ ਬਾਹਰ। ਇਹ ਤਾਂ ਚਾਨਣ ਬਾਹਰ ਦਾ ਹੈ ਨਾ, ਗੁਰੂ ਨੇ ਤਾਂ ਅੰਦਰ ਚਾਨਣ ਕਰਨਾ। ਹੁਣ ਇਹਨੂੰ ਆਪਾਂ ਥੋੜ੍ਹੇ ਜਿਹੇ ਭਾਵ ਅਰਥਾਂ 'ਚ ਵੀ ਲੈ ਲਈਏ। ਬਾਣੀ 'ਚ ਸੂਰਜ ਅਤੇ ਚੰਦਰਮਾ ਇੱਦਾਂ ਵੀ ਆਇਆ ਹੈ। ਬਸੰਤ ਰਾਗ ਵਿੱਚ ਗੁਰੂ ਨਾਨਕ ਸਾਹਿਬ ਦਾ ਬੜਾ ਪਿਆਰਾ ਵਾਕ ਹੈ ਕਿ ਭੀਤਰ ਅਗਨ ਬਨਸਪਤ ਮੌਲੀ। ਜਿਵੇਂ ਦਰਖਤ ਦੇ ਅੰਦਰ ਅੱਗ ਹੈਗੀ ਆ, ਭਾਵੇਂ ਦਰਖਤ ਹਰਿਆ ਹੀ ਆ, ਪਰ ਉਦੋਂ ਤੱਕ ਦਰਖਤ ਨੂੰ ਅੱਗ ਨਹੀਂ ਲੱਗਦੀ ਜਦੋਂ ਤੱਕ ਦਰਖਤ ਦੀਆਂ ਜੜ੍ਹਾਂ ਜ਼ਮੀਨ ਨਾਲ ਜੁੜੀਆਂ ਹੋਈਆਂ। ਹਵਾ ਵਗਦੀ ਟਾਹਣੀ ਸੁੱਕ ਜਾਏ, ਨਾਲ ਟੁੱਟ ਕੇ ਲਮਕ ਜਾਏ, ਅਤੇ ਤੁਸੀਂ ਉਹਨੂੰ ਮੁੜ ਕੇ ਚੁੱਲ੍ਹੇ 'ਚ 5 ਦਿਨਾਂ ਬਾਅਦ ਜਾਓ, ਅਤੇ ਮਿੰਟਾਂ ਸਕਿੰਟਾਂ ਸੜ ਜਾਣਾ ਉਹਨੇ।
ਪਰ ਹਰੀ ਟਾਹਣੀ ਨੂੰ ਥੋੜ੍ਹਾ ਅੱਗ ਲੱਗਦੀ, ਉਹ 'ਚ ਅੱਗ ਹੈਗੀ ਹੈ, ਪਰ ਉਹਦੇ ਵਿੱਚ ਰਾਸ ਹੋਣ ਕਰਕੇ, ਧਰਤੀ ਨਾਲ ਜੁੜੀ ਹੋਣ ਕਰਕੇ ਛੇਤੀ ਕੀਤੇ ਉਹਨੂੰ ਅੱਗ ਨਹੀਂ ਪੈਂਦੀ। ਭੀਤਰ ਅਗਨ ਬਨਸਪਤੀ ਦੇ ਅੰਦਰ ਅੱਗ ਹੈਗੀ ਹੈ, ਭੀਤਰ ਅਗਨ ਬਨਸਪਤ ਮੌਲੀ, ਬਨਸਪਤੀ ਬਾਹਰੋਂ ਮੌਲੀ ਹੈ, ਪਰ ਅੱਗ ਉਦੋਂ ਤੱਕ ਨਹੀਂ ਲੱਗਣੀ ਜਦੋਂ ਤੱਕ ਉਹ ਧਰਤੀ ਨਾਲ ਜੁੜੀ ਹੋ। ਇੱਦਾਂ ਹਰ ਇਨਸਾਨ ਦੇ ਅੰਦਰ ਵਿਕਾਰਾਂ ਦੀ ਅੱਗ ਹੈਗੀ ਹੈ, ਪਰ ਉਦੋਂ ਤੱਕ ਇਹ ਅੱਗ ਨਹੀਂ ਲੱਗਣੀ ਜਦੋਂ ਤੱਕ ਤੂੰ ਗੁਰੂ ਧਰਤੀ ਨਾਲ ਜੁੜਿਆ ਹੈ, ਗੁਰੂ ਸ਼ਬਦ ਨਾਲ ਜੁੜਿਆ। ਜਦੋਂ ਗੁਰੂ ਸ਼ਬਦ ਨਾਲ ਨਾਤਾ ਟੁੱਟ ਗਿਆ, ਫੇਰ ਤੈਨੂੰ ਕੋਈ ਸੜਨੋਂ ਬਚਾ। ਇੱਦਾਂ ਕਹਿ ਲਓ, ਜਦੋਂ ਤੱਕ ਦਰਖਤ ਧਰਤੀ ਨਾਲ ਜੁੜਿਆ ਉਦੋਂ ਤੱਕ ਉਹ ਸੜ ਨਹੀਂ ਸਕਦਾ। ਤੁਸੀਂ ਵੇਖਿਆ ਨਾ, ਕਈ ਦਰਖਤ ਧਰਤੀ ਨਾਲ ਜੁੜੇ ਹੁੰਦੇ ਤੇ ਜੇ ਕਿਤੇ ਅੱਗ ਦੀ ਲਾਟ ਵੱਜੇ ਵੀ, ਉਹ ਬਾਹਰੋਂ ਮਾੜੇ ਮੋੜੇ ਪੱਤੇ ਝੁਲਸ ਜਾਂਦੇ, ਪਰ ਫਿਰ ਕੁਝ ਦਿਨਾਂ ਬਾਅਦ ਕਰੂੰਬੜੀਆਂ ਨਵੀਆਂ ਫੁੱਟ ਆਉਂਦੀਆਂ। ਤੁਸੀਂ ਵੇਖਦੇ ਦਰਖਤਾਂ ਦੇ ਕੱਢਿਆਂ ਦੇ ਕਈ ਜਿਹੜੇ ਦਰਖਤ ਲੱਗੇ ਆ, ਉਹ ਫਿਰ ਤੁਸੀਂ ਵੇਖੋ ਜਦੋਂ ਅੱਗਾਂ ਲੱਗਦੀਆਂ ਜੰਗਲਾਂ ਨੂੰ, ਜਿਹੜੇ ਦਰਖਤ ਇੱਕ ਵਾਰੀ ਝੁਲਸ ਜਾਂਦੇ ਹਰੇ, ਉਹ ਕੁਝ ਦਿਨਾਂ ਬਾਅਦ ਫਿਰ ਕਰੂੰਬੜੀਆਂ ਫੁੱਟ ਆਉਂਦੀਆਂ। ਪਰ ਜਿਹੜੀ ਟਾਹਣੀ ਟੁੱਟ ਚੁੱਕੀ ਸੀ ਉਹ ਥੋੜ੍ਹਾ ਫੁੱਟੂ, ਹੁਣ ਉਹ ਤਾਂ ਸੜ ਗਈ, ਬਸ ਖਤਮ ਹੋ ਗਈ, ਉਹਦਾ ਵਜੂਦ ਮੁੱਕ ਗਿਆ। ਇੱਦਾਂ ਹੀ ਹਰ ਇਨਸਾਨ ਦੇ ਅੰਦਰ ਵਿਕਾਰਾਂ ਦੀ ਅੱਗ ਹੈਗੀ ਆ। ਜੇ ਕਿਤੇ ਲੰਬ ਵੱਜਦੀ ਵੀ ਆ ਨਾ, ਉਹ ਗੁਰੂ ਧਰਤੀ ਨਾਲ ਜੁੜਨ ਕਰਕੇ, ਗੁਰੂ ਸ਼ਬਦ ਨਾਲ ਜੁੜਨ ਕਰਕੇ ਫਿਰ ਕਰੂੰਬੜੀਆਂ ਫੁੱਟ ਆਉਂਦੀਆਂ ਗੁਣਾਂ ਦੀਆਂ, ਫਿਰ ਹਰੇ ਹੋ ਜਾਂਦੇ ਆ, ਫਿਰ ਸੱਚ ਨਾਲ ਜੁੜ ਜਾਂਦੇ ਆ, ਭਾਵ ਵਿਕਾਰਾਂ ਦੀ ਅੱਗ ਵਿੱਚ ਸੜਦੇ ਨਹੀਂ। ਭੀਤਰ ਅਗਨ ਬਨਸਪਤ ਮੌਲੀ, ਬਨਸਪਤੀ ਬਾਹਰੋਂ ਮੌਲੀ ਆ, ਪਰ ਅੰਦਰ ਅੱਗ ਆ। ਸਾਗਰ ਪੰਡੇ ਪਾਇਆ, ਜਿਵੇਂ ਸਮੁੰਦਰ ਬਾਹਰ ਆ, ਇੱਦਾਂ ਸਮੁੰਦਰ ਬੰਦੇ ਦੇ ਅੰਦਰ ਆ। ਜਿਵੇਂ ਬਾਹਰ ਸੁਨਾਮੀਆਂ ਆਉਂਦੀਆਂ ਨੇ, ਬਾਹਰ ਦੀ ਸੁਨਾਮੀ ਤੋਂ ਰੋਕ ਨਹੀਂ ਸਕਦਾ, ਪਰ ਜਿਹੜੀ ਅੰਦਰ ਸੁਨਾਮੀਆਂ ਆਉਂਦੀਆਂ ਵਿਕਾਰਾਂ ਦੀ, ਲਾਲਚ ਦੀ, ਕ੍ਰੋਧ ਦੀ, ਹੰਕਾਰ ਦੀ, ਇਹ ਸੁਨਾਮੀ ਬੰਦਿਆਂ ਤੋਂ ਰੋਕ ਸਕਦਾ। ਸਾਗਰ ਪੰਡੇ ਪਾਇਆ, ਚੰਦ ਸੂਰਜ ਦੋਏ ਘਰ ਹੀ ਭੀਤਰ। ਚੰਦਰਮਾ ਤੇ ਸੂਰਜ ਬੰਦੇ ਦੇ ਅੰਦਰ ਵੀ ਹੈਗੇ ਆ। ਕਿਹੜੇ ਭਲਾ? ਸੂਰਜ ਦਾ ਅਰਥ ਆ ਤੇਜ ਪ੍ਰਤਾਪ, ਕੰਮ ਕਰਦਾ ਹੁਨਰੇ ਬੰਦੇ ਅੰਦਰ ਸੂਰਜ ਹੈ। ਬੰਦੇ ਦੇ ਸੂਰਜ ਨੇ ਕਿੰਨੀਆਂ ਕਾਢਾਂ ਕੱਢੀਆਂ, ਆ ਕੈਮਰੇ, ਲੈਪਟਾਪ, ਇੰਟਰਨੈਟ, ਪਲੇਨ, ਸ਼ਿਪ, ਇਹ ਬੰਦੇ ਦੇ ਸੂਰਜ ਨੇ ਕਾਢ ਕੱਢੀ। ਬੰਦੇ ਨੇ ਵੇਖਿਆ ਹੋਏਗਾ ਵੀ ਇੱਦਾਂ ਮੱਛੀ ਤੈਰਦੀ, ਇੱਦਾਂ ਇਹਦੇ 'ਚ ਕੋਈ ਚੀਜ਼ ਹੋਰ ਵੀ ਤਰ ਸਕਦੀ ਹੈ। ਬੰਦੇ ਦੇ ਅੰਦਰ ਦੇ ਸੂਰਜ ਨੇ ਕਾਢ ਕੱਢੀ। ਪਲੇਨ ਜਦੋਂ ਪਹਿਲੀ ਵਾਰੀ ਉਡਾਇਆ ਹੋਏਗਾ ਬੰਦੇ ਨੇ, ਸੋਚ ਕੇ ਵੇਖੋ ਤੁਸੀਂ, ਬੰਦੇ ਦੇ ਅੰਦਰ ਦੇ ਸੂਰਜ ਨੇ ਕਲਾ ਦਿੱਤੀ। ਉੱਦਾਂ ਮਿੱਟੀ, ਪਹਿਲਾਂ ਕੱਚੇ ਘਰ ਹੁੰਦੇ ਸੀ, ਉਹਨੇ ਮਿੱਟੀ ਉੱਤੇ ਮਿੱਟੀ ਟਿਕਾ ਕੇ, ਇੱਟ ਉੱਤੇ ਟਿਕਾ ਕੇ 70 80 ਮੰਜ਼ਲਾ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ। ਤੁਸੀਂ ਵੇਖੋ ਬੰਦੇ ਦੇ ਅੰਦਰ ਦੇ ਸੂਰਜ ਨੇ ਕਿੰਨਾ ਕੁਝ ਕੱਢਿਆ, ਕਿੰਨੀ ਕਾਢ ਕੱਢ ਦਿੱਤੀ ਬੰਦੇ ਦੇ ਅੰਦਰ ਦੇ ਸੂਰਜ ਨੇ। ਇਹ ਬੰਦੇ ਅੰਦਰ ਕੰਮ ਕਰਨ ਦੀ ਕਲਾ ਸੂਰਜ ਹੈ। ਅਤੇ ਠੰਡਕ, ਚੰਦਰਮਾ ਜਿਹੜਾ ਵਾ ਉਹਨੂੰ ਠੰਡਕ ਦਾ ਪ੍ਰਤੀਕ ਮੰਨਿਆ ਗਿਆ। ਸਹਿਜ ਜਿਹਨੂੰ ਆਖਿਆ। ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੇ ਪਾ। ਚੰਦ ਸੂਰਜ, ਚੰਦਰਮਾ ਅਤੇ ਸੂਰਜ ਬੰਦੇ ਦੇ ਅੰਦਰ ਵੀ ਹੈਗੇ ਆ। ਚੰਦਰਮਾ ਕੀ ਆ? ਸਹਿਜ, ਜਰਨ ਸ਼ਕਤੀ, ਅਤੇ ਸੂਰਜ ਕੰਮ ਕਰਨ ਦੀ ਕਲਾ। ਹੁਣ ਧਿਆਨ ਨਾਲ ਸੁਣਿਓ, ਚੰਦ ਸੂਰਜ ਦੋਏ ਘਰ ਹੀ ਭੀਤਰ ਐਸਾ ਗਿਆਨ ਨਾ ਪਾਇਆ। ਹੁਣ ਬੰਦੇ ਨੇ ਮੰਨ ਲਓ ਵੀ ਬੰਦੇ ਦੇ ਅੰਦਰ ਦੇ ਸੂਰਜ ਨੇ ਕਾਢਾਂ ਬੜੀਆਂ ਕੱਢ ਲੀਆਂ, ਬੜੀ ਤੋਂ ਨਵੀਂ ਖੋਜ ਕਰ ਲਈ। ਜ਼ਰੂਰੀ ਥੋੜ੍ਹਾ ਕਿ ਇਹ ਕਾਢਾਂ ਕੱਢਣ ਵਾਲਾ ਬੰਦੇ ਦੇ ਅੰਦਰ ਚਾਨਣ ਵੀ ਹੋਏਗਾ। ਹੋ ਸਕਦਾ ਰਸਾ ਲੈ ਕੇ, ਫਾਹ ਲੈ ਕੇ ਖਤਮ, ਸਿਰੇ 'ਤੇ ਤਰੱਕੀ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਫੇਰ ਖਤਮ ਕਰ ਲਿਆ ਆਪਣੇ ਆਪ ਨੂੰ। ਅਤੇ ਗੁਰੂ ਦਾ ਸ਼ਬਦ ਇਹ ਸਿਖਾਉਂਦਾ ਹਾਲਾਤਾਂ ਨਾਲ ਜੂਝਣਾ। ਗੁਰੂ ਦਾ ਸ਼ਬਦ ਜ਼ਿੰਦਗੀ ਜਿਉਣ ਦਾ ਤਰੀਕਾ ਖਵਾਉਂਦਾ ਸਾਨੂੰ। ਜਿਹੜਾ ਤੇਰੇ ਅੰਦਰ ਦਾ ਸੂਰਜ ਹੈ, ਇਹਦੇ ਨਾਲ ਤੂੰ ਪੈਸਾ ਕਮਾ ਸਕਦਾ ਹੈ, ਵਧੀਆ ਸਾਇੰਟਿਸਟ ਬਣ ਸਕਦਾ ਹੈ, ਇੰਜੀਨੀਅਰ ਬਣ ਸਕਦਾ ਹੈ, ਪਾਇਲਟ ਬਣ ਸਕਦਾ ਹੈ, ਵੱਡਾ ਅਫਸਰ ਬਣ ਸਕਦਾ ਹੈ। ਅਤੇ ਕਈ ਬੰਦੇ ਤੁਸੀਂ ਵੇਖਿਆ ਵੀ ਕਈ ਲੋਕ ਇੱਥੋਂ ਦੇਸ਼ ਤੋਂ ਵਿਦੇਸ਼ ਜਾਂਦੇ ਆ ਵੀ ਸ਼ਾਇਦ ਉੱਥੇ ਖੁਸ਼ਹਾਲੀ ਮਿਲੇਗੀ। ਕਈ ਵਿਦੇਸ਼ਾਂ ਵਿੱਚ ਵੀ ਆਪਣੀ ਜੀਵਨ ਲੀਲਾ ਫਾਹ ਲੈ ਕੇ ਖਤਮ ਕਰਦੇ ਆ, ਪਰਿਵਾਰ ਨੂੰ ਗੋਲੀ ਮਾਰਨ ਦੇ ਬਾਅਦ 'ਚ ਆ ਵੀ। ਹੁਣ ਕੋਈ ਵੀ ਕਾਰਨ ਹੋ ਸਕਦਾ ਹੈ, ਕੋਈ ਕਾਰਨ ਹੈਗਾ, ਹਰ ਕਾਰਨ ਦਾ ਹੱਲ ਮਰਨਾ ਹੀ ਥੋੜ੍ਹਾ ਹੈ। ਹਰ ਸਮੱਸਿਆ ਦਾ ਹੱਲ ਮਰਨਾ ਹੀ, ਵੀ ਨਾਲੇ ਜੀਵਨ ਸਾਥੀ ਮਾਰ ਦਿਓ ਨਾਲੇ ਆਪ ਮਰ ਜਾਓ। ਤੂੰ ਸਾਈਡ ਹੋ ਜਾ ਭਾਈ। ਹੁਣ ਬੰਦਾ ਤਾਂ ਆਪਣੇ ਘਰ ਤੋਂ ਵਿਦੇਸ਼ ਤਾਂ ਜਾਂਦਾ ਵੀ ਉੱਥੇ ਮੈਂ ਰਵਾਂਗਾ, ਬੱਚਿਆਂ ਵਿੱਚ ਖੇਡਾਂਗਾ, ਪੈਸੇ ਚਾਰ ਆਉਣਗੇ। ਇਹ ਜ਼ਰੂਰੀ ਨਹੀਂ ਹੈ ਕਿ ਪੈਸੇ ਨਾਲ ਸ਼ਾਂਤੀ ਤੁਹਾਨੂੰ ਮਿਲ ਜਾਏਗੀ। ਯਾਦ ਰੱਖਣਾ, ਇੱਥੇ ਜਿਹੜਾ ਸ਼ਬਦ ਵਰਤੇ ਨਾ, ਬੜਾ ਡੂੰਘਾ ਸ਼ਬਦ ਹੈ। ਵੀ ਹਜ਼ਾਰਾਂ ਤੁਸੀਂ ਸੂਰਜ, ਜੇ 100 ਚੰਦਾ ਉਗਵੇਂ 100 ਚੰਦਰਮਾ ਹੋਣ, ਜੇ 100 ਚੰਦਾ ਉਗਵੇਂ ਸੂਰਜ ਚੜ੍ਹੇ ਹਜ਼ਾਰਾਂ ਸੂਰਜ। ਕਿਹੜੇ ਸੂਰਜ? ਆ ਸੂਰਜ ਹੀ ਆ ਬੰਦੇ ਦੇ ਅੰਦਰ। ਕਿੰਨੀ ਕਾਢ, ਕਿੰਨੀ ਬੰਦੇ ਨੇ ਤਰੱਕੀ ਕੀਤੀ ਹੈ। ਬੰਦੇ ਦੇ ਅੰਦਰ ਦੇ ਸੂਰਜ ਨੇ ਕਿੰਨੀ ਤਰੱਕੀ ਕੀਤੀ ਹੈ। ਬੰਦੇ ਨੇ ਆ ਜਿਹੜੀ ਠੰਡਕ ਵਾਸਤੇ ਕੀ ਕੁਝ ਕੀਤਾ ਹੈ। ਚਾਂਦਨ ਸਰਦ ਰੁੱਤ, ਸਰਦੀ ਦੀ ਰੁੱਤ ਵੀ ਠੰਡੀ, ਚੰਦਨ ਵੀ ਠੰਡਾ, ਚੰਦਰਮਾ ਵੀ ਠੰਡਾ, ਪਰ ਮੂਲ ਨਾ ਮਿਟੀ ਘਾਮ। ਇਹਨਾਂ ਸਾਰੀਆਂ ਚੀਜ਼ਾਂ ਨੂੰ ਰਲਾ ਲਓ, ਤੇਰੇ ਅੰਦਰ ਦੀ ਤਪਸ਼ ਨਹੀਂ ਮਿਟਾ ਸਕਦੀਆਂ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਦੋਂ ਗੁਰੂ ਦੀ ਸਿੱਖਿਆ ਕੋਲ ਆਏਗੀ, ਗੁਰੂ ਦਾ ਸ਼ਬਦ ਕੋਲ ਆਏਗਾ, ਅੰਦਰ ਨੂੰ ਠੰਡ ਪਵੇਗੀ, ਜ਼ਿੰਦਗੀ ਜਿਉਣ ਦਾ ਤਰੀਕਾ ਆਏਗਾ। ਇਹਨੂੰ ਆਪਾਂ ਦੋਵਾਂ ਅਰਥਾਂ 'ਚ ਲੈਣਾ। ਬਾਹਰ ਦੇ ਭਾਵੇਂ
ਹਜ਼ਾਰਾਂ ਸੂਰਜ ਪੈਦਾ ਹੋ ਜਾਣ, ਸੈਂਕੜੇ ਚੰਦਰਮਾ ਪੈਦਾ ਹੋ ਜਾਣ, ਗੁਰੂ ਤੋਂ ਬਿਨਾਂ ਹਨੇਰਾ ਹੈ, ਕੋਈ ਗੁਰੂ ਨੇ ਅੰਦਰ ਚਾਨਣ ਕਰਨਾ ਤੇ ਅੰਦਰ ਵੀ ਸੂਰਜ ਹੈਗਾ। ਆ ਪੜ੍ਹਾਈ ਹੈ, ਐਜੂਕੇਸ਼ਨ। ਕਈ ਬੰਦੇ ਟੌਪ ਤੇ ਪਹੁੰਚ ਜਾਂਦੇ ਐਜੂਕੇਸ਼ਨ ਨਾਲ, ਸਿਖਰ ਤੇ ਜਾ ਕੇ ਫੇਰ ਗਲ 'ਚ ਰੱਸਾ ਪਾ ਕੇ ਫੇਰ ਕੋਈ ਸਲਫਾਸ ਦੀ ਗੋਲੀ ਖਾ ਲੈਂਦਾ, ਕੋਈ ਟ੍ਰੇਨ ਥੱਲੇ ਸਿਰ ਦੇ ਦਿੰਦਾ, ਕੋਈ ਬਿਲਡਿੰਗ ਤੋਂ ਛਾਲ ਮਾਰ ਦਿੰਦਾ। ਇਹ ਕੀ ਹੈ ਭਲਾ? ਬਸ ਇਸ ਗੱਲ ਨੂੰ ਸਮਝਣਾ, ਗੁਰ ਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਜ਼ਿੰਦਗੀ 'ਚ ਕੁੱਪ ਹਨੇਰਾ ਹੈ। ਤੇ ਗੁਰੂ ਦੱਸੇਗਾ ਆ ਭਾਈ ਉਹਦੇ ਨਾਲ ਸਾਂਝ ਪਾ, ਜਿਹੜਾ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ। ਕਰ ਆਸਣ ਡਿਠੋ ਚਾਓ, ਦਾਤਾ ਕਰਤਾ ਆਪ ਤੂੰ, ਤੁਸ ਦੇਵੇਂ ਕਰੇ ਪਸਾਓ, ਤੂੰ ਜਾਣੋਈ ਸਭ ਸੈਂ, ਦੇ ਲਹਿਸੈਂ ਜਿੰਦ ਕਵਾਓ। ਆ ਚੇਤਾ ਰੱਖਣਾ, ਕਰ ਆਸਣ ਡਿਠੋ ਚਾਓ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾਰ। ਮਹਲਾ ਦੂਜਾ, ਜੇ 100 ਚੰਦਾ ਉਗਵੇਂ ਸੂਰਜ ਚੜੇ ਹਜ਼ਾਰ, ਇਤੇ ਚੰਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਆਓ ਆਪਣੇ ਅੰਦਰ, ਜੇ ਇਸ ਸੂਰਜ ਨੇ ਸਾਨੂੰ ਇੰਨੀ ਤਰੱਕੀ ਦਿੱਤੀ ਹੈ ਵੀ ਅੰਦਰ ਦੇ ਸੂਰਜ ਨੇ ਨਵੀਂ ਤੋਂ ਨਵੀਂ ਕਾਢ ਆਈ ਆ ਜ਼ਿੰਦਗੀ ਜਿਉਣ ਦੀ ਕਾਢ ਵੀ ਸਿੱਖ, ਜ਼ਿੰਦਗੀ ਜਿਉਣ ਦਾ ਤਰੀਕਾ ਵੀ ਗੁਰੂ ਕੋਲੋਂ ਸਿੱਖ, ਜ਼ਿੰਦਗੀ ਜਿਉਣ ਦੀ ਉਮੀਦ ਵੀ ਗੁਰੂ ਤੋਂ ਲਾ, ਤਾਂ ਕਿ ਜ਼ਿੰਦਗੀ ਖੂਬਸੂਰਤ ਬਣ ਜਾਏ, ਜ਼ਿੰਦਗੀ ਵਧੀਆ ਬਣ ਜਾਏ। ਆਓ ਆਪਾਂ ਕਈ ਵਾਰੀ ਕਹਿੰਦੇ ਪੈਸਾ ਸਭ ਕੁਝ ਹੈ, ਨਹੀਂ, ਪੈਸਾ ਸਭ ਕੁਝ ਨਹੀਂ ਹੈ। ਮੇਰਾ ਕੋਈ ਦੋਸਤ ਹੈ, ਉਹ ਇੱਕ ਦਿਨ ਦੱਸ ਰਿਹਾ ਸੀ ਕਿ ਪਤਨੀ ਦੀ ਵੀ $2.5 ਲੱਖ ਪੈਕੇਜ ਹੈ ਸਾਲ ਦਾ, ਅਤੇ ਪਤੀ ਦਾ ਵੀ 2.5-3 ਲੱਖ ਪੈਕੇਜ ਹੈ ਸਾਲ ਦਾ, ਯਾਨੀ ਕਿ ਦੋਵਾਂ ਦੀ ਮਿਲਾ ਕੇ $5 ਲੱਖ ਅਮਰੀਕਨ ਸੈਲਰੀ ਹੈ ਉਹਨਾਂ ਦੀ ਸਾਲ ਦੀ, ਪਰ ਦੋਵਾਂ ਦੀ ਆਪਸ ਵਿੱਚ ਬਣਦੀ ਨਹੀਂ। ਯਾਨੀ ਕਿ ਅੰਦਰ ਦੇ ਸੂਰਜ ਨੇ ਪੈਸਾ ਕਮਾਉਣਾ ਤਾਂ ਦੱਸਤਾ, ਪਰ ਰਹਿਣਾ ਨਹੀਂ ਆ ਰਿਹਾ ਇੱਕ ਥਾਂ 'ਤੇ। ਅੱਛਾ, ਉਹਨੂੰ ਲੱਗਦਾ ਨਾ ਵੀ ਇਹ ਸਹੀ ਨਹੀਂ, ਤਾਂ ਨਹੀਂ ਮੇਰਾ ਸੈਟ ਆ ਰਿਹਾ। ਉਹਨੂੰ ਔਰਤ ਨੂੰ ਲੱਗਦਾ ਮਰਦ, ਮਰਦ ਨੂੰ ਲੱਗਦਾ ਔਰਤ। ਅੱਛਾ, ਜਦੋਂ ਨਵਾਂ ਜੀਵਨ ਸਾਥੀ ਲੱਭੇਗਾ, ਉੱਥੇ ਸੈਟਿੰਗ ਤਾਂ ਉੱਥੇ ਜਾ ਕੇ ਵੀ ਕਰਨੀ ਪੈਣੀ ਹੈ, ਰਹਿਣਾ ਤਾਂ ਫਿਰ ਵੀ ਉੱਥੇ ਪੈਣਾ। ਪੈਸੇ ਨਾਲ ਸੁੱਖ ਨਹੀਂ ਹੈ, ਜ਼ਮੀਨਾਂ ਜਾਇਦਾਦਾਂ ਨਾਲ। ਅੰਦਰ ਦੇ ਸੂਰਜ ਨਾਲ ਭੱਜਾ ਫਿਰ ਜਿੱਥੇ ਭੱਜਣਾ, ਪਖੂ ਪਖੂ ਕਰੀ ਜਾ, ਅੰਦਰ ਦਾ ਟਿਕਾ ਗੁਰੂ ਦੇ ਸ਼ਬਦ ਨਾਲ ਆਉਣਾ ਹੈ। ਇਹ ਸਾਧਨ ਨੇ, ਬਾਰ-ਬਾਰ ਇਹ ਗੱਲ ਦੁਹਰਾਈ ਦੀ ਹੈ। ਪੈਸਾ, ਜ਼ਮੀਨ, ਜਾਇਦਾਦ, ਫੈਕਟਰੀਆਂ, ਕਾਰਾਂ, ਵਪਾਰ, ਇਹ ਤੁਹਾਨੂੰ ਵਕਤੀ ਤੌਰ 'ਤੇ, ਬਾਹਰੀ ਤੌਰ 'ਤੇ ਸਹੂਲਤ ਦੇ ਸਕਦੀਆਂ ਨੇ, ਪਰ ਅੰਦਰ ਦਾ ਸਕੂਨ, ਅੰਦਰ ਦਾ ਟਿਕਾ ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ ਆਉਣਾ। ਆਓ ਆਪਣੇ ਅੰਦਰ ਦੀ ਅੱਗ ਬੁਝਾਉਣ ਵਾਸਤੇ ਗੁਰੂ ਦੀ ਬਾਣੀ ਨੂੰ ਆਪ ਪੜ੍ਹੀਏ, ਸਮਝੀਏ, ਵਿਚਾਰੀਏ ਅਤੇ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ। ਅੱਜ ਆਪਾਂ ਇਹ ਆਸਾ ਕੀ ਵਾਰ ਦੀ ਪਹਿਲੀ ਪੌੜੀ ਦੇ ਨਾਲ ਜਿਹੜੇ 2 ਸਲੋਕ ਪਹਿਲੇ ਨੇ ਉਹਨਾਂ ਦੀ ਵਿਚਾਰ ਸਾਂਝੀ ਕੀਤੀ। ਇੱਕ ਸਲੋਕ ਜਿਹੜਾ ਇਹਦੇ ਨਾਲ ਹੋਰ ਹੈ, ਕਿਉਂਕਿ 3 ਸਲੋਕਾਂ ਦਾ ਇਸ ਪੌੜੀ ਦੇ ਨਾਲ ਸੰਗ੍ਰਹਿ ਇਕੱਠਾ ਕੀਤਾ। 3 ਸਲੋਕ ਇੱਕ ਪੌੜੀ, ਅਤੇ ਆਪਾਂ ਜਿਹੜਾ ਤੀਜਾ ਸਲੋਕ ਹੈ ਉਹਦੀ ਵਿਚਾਰ ਕੱਲ੍ਹ ਤੁਹਾਡੇ ਨਾਲ ਸਾਂਝੀ ਕਰਾਂਗੇ। ਆਓ ਪੜ੍ਹਦੇ ਜਾਈਏ, ਵਿਚਾਰਦੇ ਜਾਈਏ, ਸਮਝਦੇ ਜਾਈਏ ਅਤੇ ਗੁਰੂ ਦੀ ਬਾਣੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦਾ ਯਤਨ ਕਰੀਏ, ਤਾਂ ਕਿ ਗੁਰੂ ਦੀ ਬਾਣੀ ਪੜ੍ਹ ਕੇ ਸਾਡੀ ਜ਼ਿੰਦਗੀ ਵਧੀਆ ਬਣ ਸਕੇ ਅਤੇ ਆਪ ਅਸੀਂ ਆਪਣੇ ਜੀਵਨ ਨੂੰ ਘੜ ਸਕੀਏ, ਜਿਵੇਂ ਸੁਨਿਆਰਾ ਸੋਨੇ ਨੂੰ ਘੜਦਾ ਹੈ। ਜਤ ਪਹਾਰਾ ਧੀਰ ਸੁਨਿਆਰ, ਅਹਿਲਣ ਮਤ ਵੇਦ ਹਥਿਆਰ, ਭਉ ਖਲਾਗਨ ਤਪਤਾਓ, ਭਾਂਡਾ ਭਾਉ ਅੰਮ੍ਰਿਤ ਢਾਲ ਘੜੀਏ, ਸ਼ਬਦ ਸੱਚੀ ਟਕਸਾਲ। ਆਓ ਗੁਰੂ ਬਖਸ਼ਿਸ਼ ਕਰੇ। ਸਾਰਿਆਂ ਦਾ ਧੰਨਵਾਦ ਜੀ। ਇੰਨੇ ਕੁ ਬਚਨ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।